हाँ जी, सत श्री अकाल बच्चों सारिਆਂ ਨੂੰ ਤੇ ਬਹੁਤ ਹੀ ਇੰਪੋਰਟੈਂਟ ਆਪਾਂ ਸੀਰੀਜ਼ ਫਾਈਨਲੀ ਬੱਚੋ ਸਟਾਰਟ ਕਰ ਚੁੱਕੇ ਹਾਂ। ਇਹ ਸੀਰੀਜ਼ ਆਪਣੀ ਹੈਗੀ ਹੈ ਕਰੰਟ ਅਫੇਅਰ ਤੇ ਸਟੈਟਿਕ ਜੀਕੇ ਦੀ, ਜਿਹਦੀ ਕਿ ਅੱਜ ਆਪਣੀ ਬੱਚੋ ਸੈਕੰਡ ਕਲਾਸ ਹੋਵੇਗੀ। ਠੀਕ ਹੈ ਨਾ। ਕਾਫੀ ਬੱਚਿਆਂ ਨੂੰ ਪੁੱਛ ਰਹੇ ਸੀ ਵੀ ਸਰ ਆਪਾਂ ਕਿਸ ਮੰਥ ਤੋਂ ਕਿਸ ਮੰਥ ਤੱਕ ਇਹ ਸੀਰੀਜ਼ ਆਪਾਂ ਕੰਟੀਨਿਊ ਕਰਾਂਗੇ ਤੇ ਕਰੰਟ ਅਫੇਅਰ ਆਪਣੇ ਕਿਹੜੇ ਮੰਥ ਤੋਂ ਕਿਹੜੇ ਮੰਥ ਤੱਕ ਤੁਸੀਂ ਕੰਪਲੀਟ ਕਰਵਾ ਦੋਗੇ। ਇਹ ਬੱਚੋ ਆਪਣੇ ਸੈਸ਼ਨ ਸਟਾਰਟ ਹੋਣਗੇ ਜਨਵਰੀ ਦੇ ਕਰੰਟ ਅਫੇਅਰ ਤੋਂ। ਠੀਕ ਹੈ ਨਾ। ਜੋ ਆਪਾਂ ਲਾਸਟ ਕਲਾਸ ਕੀਤੀ ਹੈ ਉਹ ਜਨਵਰੀ ਦੀ ਸਮਝ ਲਓ ਫਸਟ ਕਲਾਸ ਹੈ। ਪਹਿਲਾਂ ਆਪਾਂ ਜਨਵਰੀ ਦੇ ਕਲਾਸਾਂ ਸਾਰੀਆਂ ਪੂਰੀਆਂ ਕਰਾਂਗੇ। ਆਪਾਂ ਨਾਲ MCQ ਸੀਰੀਜ਼ ਵੀ ਚਲਵਾਵਾਂਗੇ। ਮੈਂ ਤੁਹਾਨੂੰ ਸਾਰਾ ਪਹਿਲਾਂ ਇੱਕ ਇੰਟਰੋਡਕਟਰੀ ਵੀਡੀਓ ਚ ਐਕਸਪਲੇਨ ਕਰ ਚੁੱਕੇ ਹਾਂ। ਥਿਊਰੀ ਪਲੱਸ MCQ ਆਪਣਾ ਕੰਟੈਂਟ ਹੋਵੇਗਾ। ਸਮੇਂ ਤੋਂ ਨਾਲ ਆਪਾਂ ਸਟੈਟਿਕ ਜੀਕੇ ਪੋਰਸ਼ਨ ਵੀ ਆਪਾਂ ਜੋ ਆਪਣੇ ਲਈ ਇੰਪੋਰਟੈਂਟ ਹੋਣਗੇ ਫॉर ਆਲ ਐਗਜ਼ਾਮਸ। ਮੈਂ ਫਿਰ ਕਹਿ ਰਿਹਾ ਇਹ ਸੈਸ਼ਨਸ ਸਾਰੇ ਹੀ ਪੇਪਰਾਂ ਵਾਸਤੇ ਹੈ। ਉਹ ਵੀ ਨਾਲ ਫਿਰ ਆਪਾਂ ਸਾਰਾ ਸਟੱਡੀ ਜੀ ਦਾ ਪੋਰਸ਼ਨ ਕਰਦੇ ਜਾਵਾਂਗੇ। ਠੀਕ ਹੈ ਨਾ। ਹੁਣ ਕਾਫੀ ਬੱਚੇ ਮੈਨੂੰ ਬਾਰ-ਬਾਰ ਫਿਰ ਪੁੱਛਣਗੇ ਸਰ ਇਹਨਾਂ ਦੀ PDF ਵਗੈਰਾ ਜਾਂ ਕੁਝ ਵੀ ਹੈ, ਉਹਦੇ ਲਈ ਬੱਚੋ ਤੁਸੀਂ ਆਪਣੀ ਇਹ ਐਪ ਡਾਊਨਲੋਡ ਕਰਨੀ ਹੈ, ਰੁਪਿੰਦਰ ਸਿੱਧੂ ਅਕੈਡਮੀ ਐਪ। ਹੁਣ ਬੱਚੇ ਨੂੰ ਇਹ ਪੁੱਛ ਰਹੇ ਆ ਵੀ ਸਰ ਜੀ ਸਾਨੂੰ ਇੱਥੇ ਜੁਆਇਨ ਕਰਨ ਦਾ ਫਾਇਦਾ ਕੀ ਹੋਊਗਾ। ਉਹਦੇ ਵਿੱਚ ਮੈਂ ਦੱਸ ਹੀ ਦਿੱਤਾ। ਉਹਦਾ ਫਾਇਦਾ ਤੁਹਾਨੂੰ ਜਸਟ ਵਿਦਿਨ 1 ਵੀਕ ਪਤਾ ਲੱਗ ਜਾਊਗਾ, ਜਦੋਂ ਆਪਾਂ ਨਾਲ ਉੱਥੇ MCQ ਪ੍ਰੈਕਟਿਸ ਵੀ ਕਰਾਂਗੇ, ਪ੍ਰੋਪਰ ਵਰਕਸ਼ੀਟਾਂ ਵੀ ਮਿਲਣਗੀਆਂ, ਟੌਪਿਕ ਵਾਈਜ਼ ਵੀ ਕਰਾਂਗੇ ਆਪਾਂ। ਉੱਥੇ ਆਪਾਂ ਸਟੈਟਿਕ ਜੀਕੇ ਦੇ ਵੀ ਨਾਲ ਥੋੜੇ ਬਹੁਤ ਟੌਪਿਕ ਕੀ ਕਰਦੇ ਜਾਵਾਂਗੇ। ਉਹ ਵੀ ਤੁਸੀਂ ਉੱਥੇ ਸਾਰਾ ਉਸ ਆਪੇ ਆਟੋਮੈਟਿਕ ਤੁਹਾਨੂੰ ਉੱਥੇ ਅਪਲੋਡ ਹੁੰਦਾ ਦਿਸੇਗਾ। ਠੀਕ ਹੈ ਕਿ ਨਹੀਂ। ਚਲੋ ਫਿਰ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਾ ਕਰੀਏ। ਇੱਕ ਇਨਫੋਰਮੇਸ਼ਨ ਬਸ ਮੈਂ ਥੋੜੀ ਜਿਹੀ ਹੋਰ ਦਿੰਦਾ ਬੱਚੋ, ਆ ਆਪਣਾ ਫਲੈਗਸ਼ਿਪ ਕੋਰਸ ਹੈ। ਇਹਦੇ ਰਿਗਾਰਡਿੰਗ ਵੀ ਜੇਕਰ ਕਿਸੇ ਬੱਚੇ ਨੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਹੈ। ਪਹਿਲੀ ਗੱਲ ਤਾਂ ਇਹ ਕੋਰਸ ਕਿਸੇ ਪਾਰਟਿਕੂਲਰ ਇੱਕ ਐਗਜ਼ਾਮ ਵਾਸਤੇ ਨਹੀਂ ਹੈਗਾ। ਇਹ ਮੈਂ ਸਪੈਸ਼ਲ ਦੱਸ ਦੇਣਾ ਚਾਹੁੰਦਾ ਵੀ ਫॉर ਐਗਜ਼ਾਮਪਲ ਤੁਸੀਂ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਦੇਣਾ ਹੈ, ਫੂਡ ਇੰਸਪੈਕਟਰ ਦਾ ਦੇਣਾ ਹੈ, ਜਾਂ ਜੋ ਵੀ XYZ ਮੰਨ ਲਓ ਕੱਲ ਨੂੰ ਐਗਜ਼ਾਮ ਆਉਂਦਾ ਹੈ, ਇਹ ਹਰ ਐਗਜ਼ਾਮ ਨੂੰ ਟਾਰਗੇਟ ਕਰੇਗਾ। ਇਹਦੇ ਕੀ ਫੀਚਰਸ ਨੇ, ਕੀ ਇਹਦੇ ਵਿੱਚ ਹੈਗਾ, ਇਹ ਤੁਸੀਂ ਆਪਣੀ ਹੀ ਇਸੇ ਐਪ ਤੇ ਬੱਚੋਂ ਨੂੰ ਕੀ ਹੈ जो डाउनलोड करोगे नीचे स्टोर के ऑप्शन पे क्लिक करके सारे एक बार से ऐप ते की है मतलब विजिट कर सकते हो, देख भी सकते हो कि इस बैच में ਆਪਾਂ ਕੀ ਚੱਲ ਰਿਹਾ ਹੈ ਤੇ ਕੀ ਆਪਾਂ ਹੋਰ ਕਰਵਾਵਾਂਗੇ। ਠੀਕ ਹੈ ਨਾ। ਇਹਦੀ ਆਪਾਂ ਟਾਈਮ ਵੇਸਟ ਅੱਜ ਨਹੀਂ ਕਰਾਂਗੇ। ਹਾਂ ਤੁਸੀਂ ਇਨਫੋਰਮੇਸ਼ਨ ਲੈਣੀ ਹੈ ਤਾਂ ਕਾਲ ਕਰ ਸਕਦੇ ਹੋ। ਇਹਦੀ ਵੈਲਿਡਿਟੀ ਬੱਚੋ 2 ਸਾਲ ਦੀ ਹੈ। ਠੀਕ ਹੈ ਨਾ। ਚਲੋ ਫਿਰ ਹੁਣ ਆਪਾਂ ਸ਼ੁਰੂ ਕਰਦੇ ਹਾਂ। ਜਿਸ ਪਰਪਸ ਲਈ ਆਪਣੀ ਇਹ ਕਲਾਸ ਰੱਖੀ ਗਈ ਹੈ ਸੈਕੰਡ ਕਲਾਸ ਆ ਬੱਚੋ जनवरी मंथ ਆਪਾਂ ਕਵਰ ਕਰਾਂਗੇ। ਜਾਂ ਫਸਟ ਕਲਾਸ ਆਪਾਂ ਕੀਤੀ ਹੈ ਉਸੇ ਤਰੀਕੇ ਨਾਲ ਸਾਰਾ ਕਲਾਸਾਂ ਆਪਾਂ ਚੱਲਣਗੀਆਂ। ਠੀਕ ਹੈ ਨਾ। अपडेट्स ऑन सेंसस 2011 इस टॉपिक ਨੂੰ ਲੈ ਕੇ ਮੇਰੇ ਬੱਚੇ ਨੇ ਇੰਨੀ ਖੱਲ ਖਾਦੀ ਬਈ, ਇੰਨੀ ਛੱਡੀ ਗੱਲਾਂ ਦਿਓ ਮੇਰੇ ਹਿਸਾਬ ਨਾਲ। ਸਭ ਤੋਂ ਵੱਧ ਕੁਐਰੀ ਇਹੀ ਆਈ ਹੈ ਸਰ ਜੀ 2021 ਦਾ ਸੈਂਸਸ ਕਿਉਂ ਨਹੀਂ ਕਰਾਇਆ, 21 ਦਾ ਸੈਂਸਸ ਕਿਉਂ ਨਹੀਂ ਕਰਾਇਆ। ਉਹ ਪੜਿਓ ਲੋਕੋ ਮੈਂ ਕਿੱਥੋਂ ਕਰਾ ਦਾਂ, ਵਿੱਚ ਤਾਂ ਕਰੋਨਾ ਆ ਗਿਆ, ਸੈਂਸਸ ਤੋਂ ਪਹਿਲਾਂ ਕਰੋਨਾ ਆ ਗਿਆ। ਸਾਰੀਆਂ ਸਰਕਾਰਾਂ ਦੀਆਂ ਜਿਹੜੀਆਂ ਮਤਲਬ ਆਪਾਂ ਕਹਦੇ ਵੀ ਯੋਜਨਾਵਾਂ ਸੀਗੀਆਂ ਵੀ ਕਿਹੜਾ ਫੇਜ਼ ਆਪਾਂ ਫਸਟ ਰੱਖਾਂਗੇ ਕਿਹੜਾ, ਕਿਉਂਕਿ ਸੈਂਸਸ ਇੱਕ ਫੇਜ਼ ਨਹੀਂ ਪੂਰਾ ਹੁੰਦਾ, ਸੈਂਸਸ ਦੇ ਕਈ ਫੇਜ਼ ਹੁੰਦੇ ਆ, ਉਹ ਸਾਰੇ ਧਰੇ ਰਹਿ ਗਏ। ਸਾਰੀਆਂ ਨੇ ਸਰਕਾਰ ਨੇ ਸੋਚਿਆ ਸੀ, ਹੁਣ ਐਂ ਤਾਂ ਹੈ ਨਹੀਂ ਵੀ ਹਰ ਕੁਝ ਆਪਾਂ ਉਸੇ ਤਰੀਕੇ ਨਾਲ ਇੰਪਲੀਮੈਂਟ ਕਰ ਦਾਂਗੇ। ਵਿੱਚ ਕੁਦਰਤ ਆ ਗਈ ਫਿਰ, ਤੇ ਕੁਦਰਤ ਦਾ ਕਹਿਰ ਫਿਰ ਤੁਹਾਨੂੰ ਪਤਾ ਹੀ ਹੈ। ਸੈਂਸਸ ਤਾਂ ਆਇਆ ਨਹੀਂ, ਕਰੋਨਾ ਆ ਗਿਆ। ਹੁਣ ਇਹਦੀਆਂ ਤਿਆਰੀਆਂ ਦੇ ਵਿੱਚ ਆਪਾਂ ਕੋਲ ਇੱਕ ਦੋ ਗੱਲਾਂ ਨਿਕਲ ਕੇ ਆਈਆਂ, ਉਹਦੇ ਬਿਹਾਫ ਤੇ ਆਪਾਂ ਇਹ ਸਵਾਲ ਅੱਜ ਸੋਲਵ ਕਰਨਾ ਹੈ। सेंट्रल गवर्नमेंट ने बच्चों पोस्टपोन करता द फर्स्ट फेज ऑफ द सेंसस एटलीस्ट टिल सितंबर। तो सितंबर तक तुसी मेरी खल ना खाओ कि सर जी सेंसस नहीं कराया। पहली गल तो सेंसस नूं फिर आप सवाल रखा क्यों है भी सेंसस दा डाटा हुंदा प्रोविजनल डाटा ਜਾਂ ਸੈਂਸਸ ਦੀ ਕੰਪਾਈਲੇਸ਼ਨ ਐਨਾਲਿਸਿਸ ਡੈਮੋਗ੍ਰਾਫਿਕ ਸਟੱਡੀ। ਇਹ ਬਾਡੀ ਕਿਹੜੀ ਹੁੰਦੀ ਹੈ, ਇਹ ਬਾਡੀ ਬੱਚੋ ਹੁੰਦੀ ਹੈ ਰਜਿਸਟਰਾਰ ਜਨਰਲ ਐਂਡ ਸੈਂਸਸ ਕਮਿਸ਼ਨਰ ਆਫ ਇੰਡੀਆ। ਜਿਹੜਾ ਇਹ ਰਜਿਸਟਰਾਰ ਹੁੰਦਾ ਨਾ, ਇਹ ਆਮ ਤੌਰ ਤੇ ਯੂਜ਼ਲੀ ਸਿਵਲ ਸਰਵੈਂਟ ਦੀ ਪੋਸਟ ਵਾਲਾ ਬੰਦਾ ਹੁੰਦਾ ਹੈ। ਇਹ ਸਿਵਲ ਸਰਵੈਂਟ ਹੀ ਹੁੰਦਾ ਹੈ। ਇਹੀ ਮਤਲਬ ਇਹਦੇ ਤਹਿਤ ਹੀ ਜਿਹੜੀ ਬਾਡੀ ਹੈ ਕੰਪਾਈਲ ਕਰਦੀ ਹੈ। ਦੇਖੋ ਇਹ ਅਰੇਂਜ ਕਰਦੀ ਹੈ, ਕੰਡਕਟ ਕਰਦੀ ਹੈ, ਐਨਾਲਿਸਿਸ ਕਰਦੀ ਹੈ ਦ ਰਿਜ਼ਲਟ ਆਫ ਡੈਮੋਗ੍ਰਾਫਿਕ ਸਰਵਿਸ ਆਫ ਇੰਡੀਆ। ਇਹ ਬਾਡੀ ਵਿੱਚ ਆਪਾਂ ਫਾਊਂਡ ਕਦੋਂ ਕੀਤੀ ਹੈ 1961 ਦੇ ਵਿੱਚ ਬਾय द ਮਿਨਿਸਟਰੀ ਆਫ ਹੋਮ ਅਫੇਅਰਸ। ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਮੰਤਰਾਲੇ ਪੱਕਾ ਆਪਾਂ ਯਾਦ ਕਰਨੇ ਹੈ। ਇਸ ਨੂੰ ਮੈਂ ਪੂਰੇ ਗਾਹਾਂ ਕੋਈ ਚਾਰਟ ਬਣਾਉਂਗਾ, ਫਿਰ ਤੁਹਾਨੂੰ ਚਾਰਟ ਅੱਜ ਹੀ ਕਿਉਂ ਨਹੀਂ ਬਣਵਾ ਰਿਹਾ, ਕਿਉਂਕਿ ਤੁਸੀਂ ਅੱਜ ਹੀ ਬੌਂਦਲ ਜਾਓਗੇ ਵੀ ਇਹਨਾਂ ਕੁਝ ਪੜ੍ਹਿਆ ਤਾਂ ਹੈ ਨਹੀਂ। 4-5 ਕਲਾਸਾਂ ਤੋਂ ਬਾਅਦ ਆਪਣੇ ਕੋਲ ਬਹੁਤ ਨੌਲੇਜ ਇਕੱਠੀ ਹੋ ਜਾਣੀ ਹੈ, ਫਿਰ ਆਪਣੇ ਚਾਰਟ ਬਣਨੇ ਸਟਾਰਟ ਹੋ ਜਾਣਗੇ। ਠੀਕ ਹੈ ਨਾ। ਤੇ ਤੁਸੀਂ ਇਹ ਸੈਸ਼ਨਸ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਿਆ ਕਰਨਾ। ਸੋ ਐਜ਼ ਪਰ ਦਾ ਪ੍ਰੋਵੀਜ਼ਨਲ ਡਾਟਾ ਕੰਪਾਈਲਡ ਬਾय ਰਜਿਸਟਰਾਰ ਜਨਰਲ ਆਫ ਇੰਡੀਆ। ਆ ਇਨਫੋਰਮੇਸ਼ਨ ਬੜੀ ਪਿਆਰੀ ਮਿਲੀ ਹੈ, ਕਹਿੰਦੇ ਡਿਸਟ੍ਰਿਕਟ ਵੱਧ ਗਏ, ਕਿਉਂਕਿ ਇਹਦਾ ਆਪਾਂ ਨੂੰ ਵੈਸੇ ਹੀ ਪਤਾ ਹੈ। ਆਪਾਂ ਮੇਨ ਤਾਂ ਉੱਥੇ ਸੈਕਸ ਰੇਸ਼ੋ ਦੇਖਾਂਗੇ, ਪਾਪੂਲੇਸ਼ਨ ਡੈਂਸਿਟੀ ਦੇਖਾਂਗੇ, ਟੋਟਲ ਪਾਪੂਲੇਸ਼ਨ ਦੇਖਾਂਗੇ, ਏਰੀਆ ਵੱਡਾ ਕਿਹੜਾ ਛੋਟਾ ਕਿਹੜਾ ਹੈ, ਜ਼ਿਲ੍ਹੇ ਕਿੰਨੇ ਹੋ ਗਏ, ਇਹ ਤਾਂ ਆਪਾਂ ਨੂੰ ਉਹ ਵੀ ਦੱਸੀ ਜਾਂਦੇ ਆ। ਸੋ ਇਹ ਪ੍ਰੋਵੀਜ਼ਨਲ ਡਾਟੇ ਦੇ ਅਕੋਰਡਿੰਗ ਆਪਣੇ ਮੁਲਕ ਦੇ ਵਿੱਚ ਜ਼ਿਲ੍ਹੇ 640 ਸੀ 2011 ਦੇ ਸੈਂਸਸ ਦੇ ਅਕੋਰਡਿੰਗ। ਅੱਜ ਬੱਚੋ 736 ਹੋਣਗੇ। ਜਿਹੜਾ ਆਪਣਾ 2021 ਵਾਲਾ ਹਜੇ ਆਊਗਾ, ਆਈ ਨਹੀਂ ਪਤਾ 740 ਹੋ ਜਾਣ, ਕੱਲ ਨੂੰ ਕੁਛ ਨਹੀਂ ਪਤਾ ਕਿਹੜੇ ਮੁਲਕ 'ਚ ਕਿਹੜੀ ਜ਼ਿਲ੍ਹਾ ਬਣ ਜੇ। ਜਿਵੇਂ ਲਦਾਖ ਦੇ ਵਿੱਚ ਬਹੁਤ ਮੰਗ ਉੱਠੀ ਹੋਈ ਹੈ,
लद्दाख ਦੇ ਵਿੱਚ ਅੱਜ 2 ਜ਼ਿਲ੍ਹੇ ਹੀ ਹੈ। लद्दाख ਤੁਹਾਨੂੰ ਪਤਾ ਹੈ ਅੱਜ ਆਪਣੇ ਮੁਲਕ ਦੀ ਵਨ ਆਫ ਦਾ ਨਿਊਲੀ ਕ੍ਰੀਏਟਡ ਯੂਟੀ ਹੈ। 31 ਅਕਤੂਬਰ 2019 ਨੂੰ ਬਣੀ ਹੈ। लद्दाख ਦੇ ਵਿੱਚ ਅੱਜ ਕੀ ਹੈ, ਸਿਰਫ 2 ਜ਼ਿਲ੍ਹੇ ਹੈ। ਅੱਜ लद्दाख ਦੇ ਵਿੱਚ ਸਿਰਫ 2 ਜ਼ਿਲ੍ਹੇ ਹੈ ਤੇ लद्दाख ਦਾ ਏਰੀਆ ਕਿੰਨਾ ਹੈ? लद्दाख ਦਾ ਏਰੀਆ 59,140 ਕਿਲੋਮੀਟਰ ਸਕੁਅਰ ਹੈ, ਮਤਲਬ ਆਪਣੇ ਪੰਜਾਬ ਤੋਂ ਜ਼ਿਆਦਾ ਹੈ। ਤੇ ਪੰਜਾਬ ਜ਼ਿਲ੍ਹੇ ਦੇਖ ਲਓ ਤੁਸੀਂ, ਇਕੱਲਾ ਮੂਰਲਾ ਅੱਖਰ ਹੀ ਹੈ। ਇੱਥੇ ਸਿਰਫ 2 ਜ਼ਿਲ੍ਹੇ ਆ। ਉਹ ਦੋਨੋਂ ਤੁਸੀਂ ਸੁਣੇ ਅਖਬਾਰਾਂ ਤੇ ਬਹੁਤ ਹੁੰਦੇ ਆ, ਲੇਹ ਤੇ ਕਾਰਗਿਲ। ਲੇਹ ਜ਼ਿਲ੍ਹੇ ਹੀ ਪਤੰਦਰ ਬੜਾ ਵੱਡਾ 45,000 ਕਿਲੋਮੀਟਰ ਦਾ ਇਕੱਲਾ ਲੇਹ ਜ਼ਿਲ੍ਹੇ ਹੀ ਆਉਂਦਾ ਤੇ ਉੱਥੇ ਕਾਫੀ ਮੰਗਾਂ ਉੱਠੀਆਂ ਹੋਈਆਂ। ਹੋ ਸਕਦਾ ਵੀ ਜਦੋਂ ਨੂੰ ਇੱਥੇ ਗੱਲਬਾਤ ਹੋਣੀ ਹੈ, ਇੱਕ ਅੱਧਾ ਜ਼ਿਲ੍ਹਾ ਆਪਣੇ ਹੋਰ ਆਸੇ ਪਾਸੇ, ਇੱਕ ਅੱਧਾ ਕੀ ਨਹੀਂ ਪਤਾ 750 ਦੀ ਗਿਣਤੀ ਪਹੁੰਚ ਜੇ। ਆਮ ਤੌਰ ਤੇ ਸਰਕਾਰਾਂ ਜਿੱਥੇ ਜਿੱਥੇ ਨਵੀਆਂ ਬਣਦੀਆਂ ਹੁੰਦੀਆਂ ਉੱਥੇ ਹਲਚਲ ਜ਼ਿਆਦਾ ਤੇਜ਼ ਹੋ ਜਾਂਦੀ ਹੁੰਦੀ ਹੈ ਤੇ ਉਸ ਨੂੰ ਵਧੀਆ 5 ਥਾਵਾਂ ਤੇ ਵੋਟਾਂ ਪਈਆਂ ਸੋ ਮੰਗਾ ਆਮ ਤੌਰ ਤੇ ਵੋਟਾਂ ਵੇਲੇ ਜ਼ਿਆਦਾ ਹੋ ਜਾਂਦੀਆਂ ਹੁੰਦੀਆਂ, ਠੀਕ ਹੈ ਨਾ, ਵੀ ਸਾਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਜਾਵੇ, ਸਾਡਾ ਪ੍ਰਸ਼ਾਸਨ ਅੱਡ ਚਲੇ, ਸਾਡਾ ਡੀਸੀ ਹੋਵੇ। ਇਹ ਸਾਰਾ ਕੁਝ ਜ਼ਿਲ੍ਹਾ ਕਿਉਂ ਬਣਦਾ ਹੈ, ਇਹਦੇ ਲਈ ਵੀ ਆਪਾਂ ਪਾਰਟੀਕੂਲਰ ਕਿਤੇ ਨਾ ਕਿਤੇ ਕੋਈ ਚੀਜ਼ ਡਿਸਕਸ਼ਨ ਕਰਾਂਗੇ ਆਪਾਂ, ਠੀਕ ਹੈ ਨਾ। ਹੁਣ ਇੱਕ ਚੀਜ਼ ਨੋਟ ਕਰਨ ਵਾਲੀ ਗੱਲ ਹੈ, ਕਿਹੜਾ, ਕਹਿੰਦੇ ਵਿਲੇजेस ਹੈ, ਜਿਹੜੇ ਪਿੰਡ ਹੈ, ਕਹਿੰਦੇ ਪਿੰਡਾਂ ਦੀ ਗਿਣਤੀ ਘਟ ਗਈ 6,40,934 ਤੇ। ਇਹ ਤੁਸੀਂ ਐਗਜ਼ੈਕਟ ਪਿੰਡਾਂ ਦਾ ਅੰਕੜਾ ਯਾਦ ਨਹੀਂ ਕਰਨਾ, ਜ਼ਿਲ੍ਹਾ ਕਰਨਾ, ਠੀਕ ਹੈ। 6,40,934 ਤੋਂ 6,39,83 ਰਹਿ ਗਏ ਪਿੰਡ। ਇਹਦਾ ਕਾਰਨ ਕੀ ਹੈ? ਕਿਉਂਕਿ ਮੁਲਕ ਤਰੱਕੀ ਕਰ ਰਿਹਾ ਬਈ, ਕਮਾਲ ਕਰਦੇ ਹੋ। ਟਾਊਨਸ ਆਪਣੇ ਮੁਲਕ 'ਚ ਵੱਧ ਗਏ, ਟਾਊਨਸ ਆਪਣੇ ਮੁਲਕ 'ਚ ਵੱਧ ਗਏ, ਸਬ ਡਿਸਟ੍ਰਿਕਟ ਆਪਣੇ ਮੁਲਕ 'ਚ ਵੱਧ ਗਏ, ਡਿਸਟ੍ਰਿਕਟ ਆਪਣੇ ਮੁਲਕ 'ਚ ਵੱਧ ਗਏ, ਸਾਰਾ ਕੁਝ ਹੀ ਵੱਧ ਗਿਆ, ਇਕੱਲੇ ਪਿੰਡਾਂ ਨੂੰ ਛੱਡ ਕੇ ਪਿੰਡ ਘਟ ਗਏ। ਪਿੰਡ ਆਪਣੇ ਕੀ ਹੈ, ਘਟ ਗਏ। ਸੋ ਇਹ ਆਪਣਾ ਓਵਰਆਲ ਜਿਹੜਾ ਤੁਸੀਂ ਆਈਡੀਆ ਯਾਦ ਰੱਖਣਾ ਹੈ। ਬਟ ਫੁੱਲ ਫਲੈਜ ਸੈਂਸਸ ਹਜੇ ਆਊਗਾ, ਜਦੋਂ ਵੀ ਆਊਗਾ ਇਹ ਓਬਵੀਅਸ ਹੈ, ਇਹ ਆਪਣਾ ਕੋਰਸ ਚੱਲਦਾ ਹੀ ਜਾਊਗਾ, ਕਰਵਾਵਾਂਗੇ ਆਪਾਂ। ਇਹ ਕੋਈ ਲਹਿਰ, ਇਹ ਕੋਈ ਆਪਣੀ ਸਟਾਰਟ ਕੀਤੀ ਹੈ ਸੈਸ਼ਨ, ਕੋਈ ਐਂ ਤਾਂ ਹੈ ਨਹੀਂ ਹੈ ਵੀ 2-4 ਦਿਨਾਂ ਦੀ ਹੈ, ਇਹ ਚੱਲਦੀ ਜਾਊ ਸਦਾ ਬਹਾਰ ਮੌਸਮ। ਤੁਸੀਂ ਸਾਥ ਬਣਾ ਕੇ ਰੱਖਣਾ ਵਧੀਆ ਤਰੀਕੇ ਨਾਲ, ਆਪ ਵਿੱਚ ਆਪਾਂ ਦੇਖ ਹੀ ਲਿਆ, ਠੀਕ ਹੈ ਨਾ। ਰਹੀ ਗੱਲ ਆਪਣੇ ਸੈਂਸਸ ਦੀ, ਇਹ ਜਿਹਾ ਕੁਛ ਵੈਸੇ ਆਪਾਂ ਹਿਸਟਰੀ 'ਚ ਬਹੁਤ ਵਾਰ ਦੇਖ ਲਿਆ। ਪਹਿਲੀ ਵਾਰ ਆਪਣੇ ਮੁਲਕ ਦੇ ਵਿੱਚ ਬੱਚੋ ਸੈਂਸਸ ਕਦੋਂ ਕੰਡਕਟ ਕਰਵਾਇਆ ਗਿਆ ਸੀ? 1872 ਦੇ ਵਿੱਚ। ਬਟ ਇਹਨੂੰ ਕਈ ਥਾਵਾਂ 1871 ਵੀ ਕਹਿ ਦਿੰਦੀ ਹੈ, 1871 ਵੀ, ਬਟ ਐਗਜ਼ੈਕਟ 1872 ਹੀ ਮੰਨਦੇ ਆਪਾਂ ਆਮ ਤੌਰ ਤੇ। ਇਸ ਨੂੰ ਪਤਾ ਹੀ ਹੈ, ਇਹ ਕੰਡਕਟ ਬੱਚੋ ਕਿਹਨੇ ਕਰਵਾਇਆ ਸੀ? ਲਾਰਡ ਮਾਇਓ ਨੇ। ਇਹ ਕੰਡਕਟ ਕਰਵਾਇਆ ਸੀ ਜੀ ਲਾਰਡ ਮਾਇਓ। ਇਹ ਵੀ ਲਾਰਡ ਮਾਇਓ ਹੈ, ਇਹਦੇ ਨਾਮ ਤੇ ਫਿਰ ਆਪਣਾ ਮਾਇਓ ਕਾਲਜ ਵੀ ਐਸਟੈਬਲਿਸ਼ ਕੀਤਾ ਜਾਊਗਾ 1875 ਦੇ ਵਿੱਚ ਅਜਮੇਰ ਦੇ ਵਿੱਚ। ਇਹ ਉਹੀ ਮਾਇਓ ਹੈ ਜਿਹਦੇ ਪਿੱਛੇ ਜੇ ਆਪਣੇ ਅੰਡੇਮਾਨ ਨਿਕੋਬਾਰ ਦੇ ਵਿੱਚ ਇੱਕ ਤਿਤਲੀ ਡਿਸਕਵਰ ਕੀਤੀ ਗਈ ਹੈ। ਤਿਤਲੀ ਬੋਲੇ ਤਾਂ ਬਟਰਫਲਾਈ, ਉਹਦਾ ਨਾਮ ਵੀ ਇਸੇ ਬੰਦੇ ਦੇ ਨਾਮ ਤੇ ਰੱਖਿਆ ਹੈ, ਪਪੀਲੀਓ, ਪਪੀਲੀਓ ਮਾਇਓ। ਪੱਪੀ ਲੋ, ਪੱਪੀ ਪਾਲੋ ਪਹਿਲਾਂ, ਪਪੀਲੀਓ ਮਾਇਓ। ਇੱਕ ਮਤਲਬ ਕਾਹਦੀ ਵੈਰਾਈਟੀ ਹੈ? ਇਹ ਬਟਰਫਲਾਈ ਹੈ, ਤਿਤਲੀ ਹੈ, ਉਹ ਵੀ ਇਸੇ ਬੰਦੇ ਦੇ ਨਾਮ ਤੇ ਹੀ ਹੈ। ਸੋ ਲਾਰਡ ਮਾਇਓ ਅਖਬਾਰਾਂ ਤੇ ਅੱਜ ਵੀ ਛਾ ਗਿਆ, ਕਿਆ ਬਾਤ। ਪਰ ਛਾਉਣਾ ਹੀ ਹੈ ਕਿਉਂਕਿ ਇਹ ਆਪਣੇ ਮੁਲਕ ਦਾ ਪਹਿਲਾ ਵਾਇਸਰਾਏ ਸੀ ਸੁੱਖ ਨਾਲ, ਜਿਹੜਾ ਆਪਣੇ ਨਾਲ ਨੇ ਭਲੇਟਤਾ ਸੀ, ਇਹ ਮਾਰਤਾ ਸੀ। ਇਹ ਬੰਦਾ ਵਿਚਾਰਾ ਸਾਰਾ ਗਿਣਦੇ ਰਹਿ ਗਿਆ ਵੀ ਇਸ ਮੁਲਕ 'ਚ ਲੋਕ ਕਿੰਨੇ ਆ, ਇਹ ਬਾਅਦ 'ਚ ਵਿਚਾਰਾ ਆਪ ਹੀ ਘਟ ਗਿਆ। ਇੱਕ ਅਫਗਾਨੀ ਸੀ ਪਠਾਨ, ਇੱਕ ਪਠਾਨ ਸੀ ਸ਼ੇਰ ਅਲੀ ਅਫਰੀਦੀ, ਉਹਨੇ ਵਿੱਚ ਚਾਕੂ ਮਾਰਿਆ ਦੇ ਕਿਹਦੇ? ਲਾਰਡ ਮਾਇਓ ਦੇ। ਬਟ ਇਹਨੇ ਮਤਲਬ ਇਹ ਪਹਿਲੀ ਵਾਰ ਸੈਂਸਸ, ਵੈਸੇ ਇਹਨੇ ਰਫ ਜਿਹਾ ਫਿਗਰ, ਰਫ ਜਿਹਾ ਆਈਡੀਆ ਲੈ ਰਿਹਾ ਸੀ ਵੀ ਇਸ ਮੁਲਕ 'ਚ ਕਿੰਨਾ ਯੂਥ ਹੈ, ਕੀ ਡੈਮੋਗ੍ਰਾਫਿਕ ਸਟਰਕਚਰ ਹੈ। ਅਸਲ ਦੇ ਵਿੱਚ ਪਹਿਲੀ ਵਾਰ ਫੁੱਲ ਫਲੈਜ ਸੈਂਸਸ ਬੱਚੋ ਕਰਵਾਇਆ ਗਿਆ ਸੀ 1881 ਦੇ ਵਿੱਚ। 1881 'ਚ ਫਿਰ ਤੁਹਾਨੂੰ ਪਤਾ ਹੀ ਹੈ ਆਪਣਾ ਗਵਰਨਰ ਜਨਰਲ ਕੌਣ ਸੀ? ਲਾਰਡ ਰਿਪਨ, ਜਿਹਨੂੰ ਆਪਾਂ ਬੱਚਾ ਕੀ ਬੋਲਦੇ ਆ? ਰਿਪਨ ਦਾ ਗੁੱਡ। ਇਹਨੂੰ ਫਾਦਰ ਬੋਲਿਆ ਜਾਂਦਾ ਲੋਕਲ ਸੈਲਫ ਗਵਰਨਮੈਂਟ ਦਾ। ਸੋ ਹੋਰ ਵੀ ਕਾਫੀ ਫੈਕਟ ਹੈ। ਪਹਿਲਾ ਫੈਕਟਰੀ ਐਕਟ ਵੀ ਇਹੀ ਲੱਗਿਆ ਹੋਇਆ ਸੀਗਾ। ਲੋਕਲ ਗਵਰਨਮੈਂਟਸ ਵਾਲਾ ਮੁੱਦਾ ਵੀ ਇਹਨੇ ਉਠਾਇਆ ਸੀ ਆਪਣੇ ਦੇਸ਼ ਦੇ ਵਿੱਚ, ਆ ਪਿੰਡ ਲੈਵਲ ਦਾ। ਜਦੋਂ ਪਿੰਡਾਂ ਨੂੰ ਕਹਿੰਦਾ ਸੀਗਾ ਵੀ ਸੁੱਤੇ ਪਿਓ ਜਾਗ ਜੋ ਮਾੜਾ ਮੋਟਾ, ਵੀ ਸਰਕਾਰ ਤੋਂ ਮੰਗਾ ਮੰਗਾਓ, ਐਕਟਿਵ ਹੋ ਜੋ ਮਾੜਾ ਮੋਟਾ। ਗ੍ਰਾਸ ਰੂਟ ਲੈਵਲ ਤੇ ਪਹਿਲੀ ਵਾਰ ਪਾਰਟੀਸਿਪੇਸ਼ਨ ਆਮ ਲੋਕਾਂ ਵਾਸਤੇ ਕਿਹਨੇ ਕੀਤੀ ਹੈ? ਲਾਰਡ ਰਿਪਨ ਨੇ ਕੀਤੀ ਹੈ। ਤਾਂ ਹੀ ਤਾਂ ਰਿਪਨ ਦਾ ਗੁੱਡ ਹੈ ਕਿ ਗੁਰ ਨੂੰ ਗੁੱਡ ਆਪਾਂ ਕਾਸ ਨੂੰ ਕਹਿੰਦੇ, ਤੇ ਗੁੱਡ ਕਹਾਉਣ ਦੇ ਲਾਇਕ ਸੀ ਇਹ ਬੰਦਾ, ਠੀਕ ਹੈ ਨਾ। तो सारे पॉइंट आप रखने हैं याद। चलो भी अगली न्यूज़ बच्चों पेपर के अकॉर्डिंग बड़ी कीमती है। सुखना हर स्टेट का इस बार वोटां दे विच मेन मुद्दा सीगा, अपने पंजाब च सुखना फिर यही सीगा। आपां तां फिर करता तख्ता पलट, इंडियाज फस्ट आपां कह दईए भी पहली बार होया अपने पंजाब च जां अपने मुल्क च भी आम आदमी पार्टी 2 स्टेटां दे विच आ गई। मुंडिओ इंडियाज कहंदे अनएम्पलॉयमेंट बेरोजगारी दर कितनी है? बेरोजगारी दर बच्चों पहली गल तां कैलकुलेट कौन करदा है? ਤੁਹਾਨੂੰ ਪੇਪਰਾਂ ਸਿੱਧਾ ਸਵਾਲ ਸਿੱਧਾ ਪੁੱਛ ਸਕਦੇ ਆ। ਇਹ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਹੈ, ਇੱਕ ਬਿਜ਼ਨਸ ਕੰਪਨੀ है, याद रखना बिजनेस इंफॉर्मेशन कंपनी है CMIE, इसका फुल फॉर्म भी लिखा हुआ है द सेंटर फॉर मॉनिटरिंग इंडियन इकोनॉमी। ये बच्चों रिलीज करता है अनएम्पलॉयमेंट का अपना की स्टेटस है। स्टेटस तो फिर ਤੁਹਾਨੂੰ पता ही है, स्टेटस तो माड़ा ही है, बेरोजगारी बहुत वधी पई है।
ਆਪਣੇ ਮੁਲਕ ਦੇ ਵਿੱਚ ਇਸ ਰਿਪੋर्ट ਦੇ ਅਕੋਰਡਿੰਗ दर कितनी है बेरोजगारी दी 7.91% है जिहड़ी कि नवंबर महीने नालों वध गई सी नवंबर 7% है ये सब तो ज्यादा कित्थे है हाईएस्ट बेरोजगारी एक चीज होर भी है चल मैं पहले पूरा कर लेना बेरोजगारी हुंदी की है बेरोजगारी हम किसको बोलते हैं वैसे अपने मुल्क दे विच सब तो ज्यादा बेरोजगारी कित्थे है हरियाणे च है ताही तो हरियाणा छोरा सारा अपना यूट्यूब ते बैठा टिकटॉक ते आ गया सी बेरोजगारी बहुत ज्यादा है 34.1% है 34 पॉइंट दसदा बेरोजगारी हुंदी की है ते बहुत ज्यादा भयानक अंकड़ा है दूजे नंबर ते राजस्थान 24% तीजे ते अपना झारखंड है 17.3% ते रही गल सब तो फिर घट कित्थे है करनाटका सिर्फ बेरोजगारी दर उत्थे 1.4% है दूजे ते अपना गुजरात है 1.6% है तुसीं की याद करना है एक तो करनाटका याद करना है एक अपना सब तो ज्यादा कित्थे है सब तो घट कित्थे है ये आंकड़ा रिलीज कौन करता है इस नूं पता होना चाहिए वे सारे आप इंडेक्स रिपोर्टां बहुत बार रिपीट करांगे आप एक थां ते देखांगे चिंता ना करो ठीक है ना मेन प्रश्न की पैदा होंदा है भी बेरोजगारी किहनूं कहने आपां अनएम्प्लॉयमेंट क्या होती है हुण जिहड़ा बंदा मान लो घरे पिया लेटिया पिया बेला पिया वो बेरोजगार है नहीं ਹੁਣ ਜਿਹੜਾ ਬੰਦਾ ਨਹਾ ਧੋ ਕੇ ਲਿਸਕ ਮੁਸਕ ਨਹਾ ਧੋ ਕੇ ਵਧੀਆ ਐਨ ਘਰੇ ਪਿਆ ਕਿਉਂ ਆਪਾਂ ਬੇਰੁਜ਼ਗਾਰ ਕਹਾਂਗੇ ਉਹ ਬੇਰੁਜ਼ਗਾਰ ਨਹੀਂ ਉਹ ਬੰਦਾ ਵਿਹਲਾ ਹੈ ਉਹਨੂੰ ਸਰਦਾ ਹੈ ਉਹਦਾ ਟੌਰ ਨਾਲ ਬੈਠਾ ਡਿੱਕੀ ਜਾਂਦਾ 26 ਮਾਰਚ ਕਿੱਦੇ ਆਊਗੀ ਮੈਂ ਆਈਪੀਐਲ ਦੇਖਣ ਲੱਗਣਾ ਨਹੀਂ ਉਹਨੂੰ ਆਪਾਂ ਅਨਇੰਪਲੋਇਡ ਦੀ ਕੈਟਾਗਰੀ 'ਚ ਆਪਾਂ ਨਹੀਂ ਰੱਖਦੇ ਅਨਇੰਪਲੋਇਡ ਆਪਾਂ ਕਿਹਨੂੰ ਕਹਿੰਦੇ ਆ ਵੀ ਇਹ ਬੇਰੁਜ਼ਗਾਰ ਹੈ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਹੈ ਤੇ ਉਹਨੂੰ ਕੰਮ ਮਿਲਦਾ ਨਹੀਂ ਉਹਨੂੰ ਪਤਾ ਘਰੇ ਖੁੱਚਾਂ ਤੇ ਡਾਂਗ ਵੱਜਦੀ ਹੈ ਉਹਨੂੰ ਸਰਦਾ ਨਹੀਂ ਉਹ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਦਫ਼ਤਰਾਂ ਚ ਜਾਂਦਾ ਮੈਨੂੰ ਕਿਤੇ ਤਾਂ ਰੱਖ ਲਓ 5 ਚ ਹੀ ਰੱਖ ਲਓ 10 ਚ ਹੀ ਰੱਖ ਲਓ 7 ਚ ਹੀ ਰੱਖ ਲਓ ਉਹ ਹੁੰਦੀ ਹੈ ਬੇਰੁਜ਼ਗਾਰੀ ਇਫ ਅ ਪਰਸਨ ਇਜ਼ ਵਿਲਿੰਗ ਟੂ ਵਰਕ ਬਟ ਨਾਟ ਗੈਟਿੰਗ ਦਾ ਵਰਕ ਉਹਦਾ ਮਤਲਬ ਹੁੰਦਾ ਬੇਰੁਜ਼ਗਾਰੀ ਇਹ ਬਹੁਤ ਪ੍ਰਕਾਰ ਦੀ ਹੁੰਦੀ ਹੈ ਜੇ ਕਹੋ ਤਾਂ ਆਪਾਂ ਇੱਕ ਦੋ ਪ੍ਰਕਾਰਾਂ ਦੇਖ ਲੈਂਦੇ ਆ ਜਿਹੜੀ ਪ੍ਰਕਾਰ ਆਪਣੇ ਮੁਲਕ ਦੇ ਵਿੱਚ ਸਭ ਤੋਂ ਖਤਰਨਾਕ ਰੂਪ ਧਾਰਨ ਕਰੀ ਬੈਠੀ ਹੈ ਉਹ ਡਿਸਗਾਈਜ਼ਡ ਅਨਇੰਪਲੋਇਮੈਂਟ ਹੈ ਡਿਸਗਾਈਜ਼ਡ ਅਨਇੰਪਲੋਇਮੈਂਟ ਹੈ ਐਂ ਤਾਂ ਇੱਕ ਅੰਡਰ ਅਨਇੰਪਲੋਇਮੈਂਟ ਵੀ ਹੈ ਅੰਡਰ ਕੀ ਹੁੰਦਾ ਤੁਸੀਂ ਪਿੱਛੇ ਸੁਣਿਆ ਹੋਊਗਾ ਵੀ ਆਪਣੇ ਮੁਲਕ ਦੀਆਂ ਵੱਡੀਆਂ ਸਟੇਟਾਂ ਦੇ ਵਿੱਚ ਜਦੋਂ ਪੀਐਨ ਦੀਆਂ ਪੋਸਟਾਂ ਆਉਂਦੀਆਂ ਹੈ ਉਹਨੂੰ ਅਪਲਾਈ ਕੌਣ ਕਰਦਾ ਹੈ ਜਿਹੜੇ ਬੰਦੇ ਪੀਐਚਡੀ ਹੋਲਡਰ ਹੈ ਐਮਬੀਏ ਬੀਟੈਕ ਐਮਟੈਕ ਉਹ ਪੀਐਨ ਵਾਲੀਆਂ ਪੋਸਟਾਂ ਭਰੀ ਜਾਂਦੇ ਹੈ ਉਹ ਵੀ ਕਹਿੰਦੇ ਬੇਰੁਜ਼ਗਾਰ ਕੋਈ ਹੈ ਉਹ ਵਿਚਾਰਿਆਂ ਨੂੰ ਜਦੋਂ ਕੋਈ ਉਸ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਕੰਮ ਮਿਲੇ ਹੀ ਨਹੀਂ ਉਹ ਕੰਮ ਕਰਨ ਨੂੰ ਤਿਆਰ ਹੈ ਜਿਹੜਾ 10ਵੀਂ ਵਾਲਾ ਦੀ ਜੌਬ ਜਿਹੜੀ 10ਵੀਂ ਵਾਲਿਆਂ ਵਾਸਤੇ ਜੌਬ ਹੈ ਇਹ ਵੀ ਅਨਇੰਪਲੋਇਮੈਂਟ ਕਹਿ ਸਕਦੇ ਆਪਾਂ ਬਟ ਡਿਸਗਾਈਜ਼ਡ ਅਨਇੰਪਲੋਇਮੈਂਟ ਇਹ ਕੀ ਚੀਜ਼ ਹੈ ਇਹ ਅਨਇੰਪਲੋਇਮੈਂਟ ਅੱਜ ਆਪਣੇ ਮੁਲਕ ਦੇ ਵਿੱਚ ਖਤਰਨਾਕ ਰੂਪ ਧਾਰਨ ਕਰ ਗਈ ਵਾਈਡ ਸਪਰੈਡ ਹੋ ਗਈ ਡਿਊ ਟੂ ਐਗਰੀਕਲਚਰ ਸੈਕਟਰ ਵਿੱਚ ਕਿਉਂ ਹੈ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਇਹਨੂੰ ਆਪਾਂ ਛੁਪੀ ਹੋਈ ਬੋਲਦੇ ਹਾਂ ਛੁਪੀ ਹੋਈ ਬੇਰੁਜ਼ਗਾਰੀ ਹੈ ਵੀ ਬੰਦਾ ਆਪ ਜਣੀ ਤਾਂ ਪੂਰਾ ਕੰਮ ਕਰਦਾ ਹੈ ਵੀ ਦਿਨ ਰਾਤ ਮੱਥਾ ਮਾਰਦਾ ਹੈ ਵੀ ਹੰਭਿਆ ਪਿਆ ਬਟ ਉਹਦੇ ਕੰਮ ਦਾ ਫਾਇਦਾ ਕੋਈ ਨਹੀਂ ਹੁਣ ਤੁਸੀਂ ਕਹੋਗੇ ਆਹ ਕੀ ਗੱਲ ਹੈ ਵੀ ਬੰਦਾ ਥੱਕਿਆ ਪਿਆ ਹੰਭਿਆ ਪਿਆ ਬਟ ਉਸ ਬੰਦੇ ਦੀ ਕੰਮ ਦੀ ਆਪਾਂ ਨੂੰ ਫਾਇਦਾ ਹੀ ਕੋਈ ਨਹੀਂ ਮਿਲਿਆ ਇਹ ਕਿਹੋ ਜਿਹਾ ਕੰਮ ਹੋਇਆ ਬਈ ਤਾਂ ਹੀ ਤਾਂ ਕਹਿ ਦਿੰਦੇ ਆ ਵੀ ਇਹ ਆਪਣੇ ਖੇਤੀਬਾੜੀ ਸੈਕਟਰ ਕਰਕੇ ਹੈ ਹੁਣ ਤੁਸੀਂ ਐਗਜ਼ਾਮਪਲ ਲਓ ਮੰਨ ਲਓ ਆਪਣਾ ਦਾਦਾ ਹੈ ਆਪਣੇ ਦਾਦੇ ਕੋਲੇ ਮੰਨ ਲਓ 20 ਕਿੱਲੇ ਜ਼ਮੀਨ ਹੈ ਆਪਣੇ ਦਾਦੇ ਕੋਲੇ ਮੰਨ ਲਓ 20 ਕਿੱਲੇ ਜ਼ਮੀਨ ਹੈ ਤੇ ਉਹ ਉਸ ਖੇਤ 'ਚ ਕੰਮ ਕਰਦਾ ਹੈ ਵਧੀਆ ਹੁਣ ਆਲੂ ਪੱਟਣ ਦਾ ਸੀਜ਼ਨ ਆ ਜਾਊਗਾ ਹੁਣ ਆਲੂ ਹੈ ਕਣਕ ਹੈ ਚੌਲ ਹੈ ਸਭ ਕੁਝ ਵਧੀਆ ਖੇਤੀ ਕਰਦਾ ਵਧੀਆ ਕਾਰੋਬਾਰ ਚੱਲੀ ਜਾਂਦਾ ਟੱਬਰ ਚੱਲੀ ਜਾਂਦਾ ਦਾਦੇ ਦੇ ਫਿਰ ਗਾਹਾਂ ਭਾਈ 2 ਮੁੰਡੇ ਹੈ ਹੁਣ ਖੇਤ ਉਹੀ ਹੈ ਜ਼ਮੀਨ ਉਹੀ ਹੈ 20 ਕਿੱਲੇ ਦਾਦੇ 2 ਮੁੰਡੇ ਹੈ ਤੇ ਕੁੱਲ ਮਿਲਾ ਕੇ ਮੰਨ ਲਓ ਇੱਕ ਮੁੰਡੇ ਦਾ ਨਾਮ ਮੰਨ ਲਓ ਭਾਈ ਨੈਬ ਹੈ ਤੇ ਦੂਜੇ ਮੁੰਡੇ ਦਾ ਨਾਮ ਭਾਈ ਮੰਨ ਲਓ ਸੁਖਦੇਵ ਹੈ ਇੱਕ ਦਾ ਨਾਮ ਭਾਈ ਮੰਨ ਲਓ ਨੈਬ ਹੈ ਤੇ ਦੂਜੇ ਦਾ ਮੰਨ ਲਓ ਭਾਈ ਨਾਮ ਕੀ ਹੈ ਸੁਖਦੇਵ ਹੈ ਹੁਣ ਇਹ ਵੀ ਦੋਨੇ ਭਾਈ ਉਸੇ ਖੇਤ ਤੇ ਜਾਣ ਲੱਗ ਗਏ ਕੰਮ ਉਹੀ ਖੇਤ ਉਹੀ ਜਿਹੜਾ ਪਹਿਲਾਂ ਇਕੱਲਾ ਦਾਦਾ ਸਾਂਭੀ ਬੈਠਾ ਸੀ ਉਹ ਗਾਹਾਂ 2 ਮੁੰਡੇ ਵੀ ਉੱਥੇ ਜਾਣ ਲੱਗ ਗਏ ਹੁਣ ਆਪ ਜੀ ਨੇ ਕੰਮ ਤਾਂ ਕਰਨ ਲੱਗ ਗਏ ਬਟ ਇਹਨਾਂ ਨੂੰ ਕੌਣ ਸਮਝਾਵੇ ਇਹ ਫਾਇਦਾ ਤੁਹਾਡਾ ਕੋਈ ਨਹੀਂ ਕੰਮ ਦਾ ਵੀ ਕਮਾਈ ਤਾਂ ਉਹਨੂੰ ਹੀ ਰਹਿਣੀ ਹੈ ਪੈਸਾ ਤਾਂ ਘਰੇ ਉਨਾ ਹੀ ਆਉਣਾ ਆਊਟਪੁੱਟ ਤਾਂ ਉਨੀ ਹੈ ਇਨਪੁੱਟ ਵਧੀ ਜਾਂਦੀ ਹੈ ਗਾਹਾਂ ਭਾਈ ਇਹ ਵੀ ਵਿਆਹੇ ਗਏ ਜਦੋਂ ਨੈਬ ਦਾ ਵਿਆਹ ਹੋ ਗਿਆ ਇਹਦੀ ਭਾਈ ਇੱਕ ਮੁੰਡਾ ਹੋ ਗਿਆ ਸੁਖਦੇਵ ਦਾ ਵਿਆਹ ਹੋ ਗਿਆ ਭਾਈ ਇਹਦੇ ਵੀ ਇੱਕ ਮੁੰਡਾ ਹੋ ਗਿਆ ਤੇ ਕੁੱਲ ਮਿਲਾ ਕੇ ਇਹ ਵੀ ਫਿਰ ਉਸੇ ਖੇਤ ਜਾਣ ਲੱਗ ਗਿਆ ਹੁਣ ਜਿਹੜਾ ਆਹ ਮੁੰਡਾ ਹੈ ਇਹ ਹੁਣ ਦਿਨ ਰਾਤ ਪੂਰਾ ਹੰਭਿਆ ਫਿਰਦਾ ਪੂਰਾ ਘਰੇ ਸੁਣਾਉਂਦਾ ਰਹਿੰਦਾ ਵੀ ਮੈਨੂੰ ਪਤਾ ਮੈਂ ਚਾਹ ਫੜਾ ਕੇ ਆਇਆ ਮੈਂ ਫਲਾਨਾ ਕਰਕੇ ਆਇਆ ਮੈਂ ਸਵੇਰੇ ਜਾਣਾ ਹੱਥ ਨੇ ਘਰੇ ਆਉਣਾ ਬਟ ਇਹਨੂੰ ਕੌਣ ਫੇਰ ਸਮਝਾਵੇ ਵੀ ਤੇਰੇ ਕੰਮ ਦਾ ਤਾਂ ਫਾਇਦਾ ਹੀ ਕੋਈ ਨਹੀਂ ਵੀ ਜਿਹੜਾ ਕੰਮ ਉਸੇ ਖੇਤ ਤੇ ਤੇਰਾ ਪਾਪਾ ਕਰਦਾ ਸੀ ਦਾਦਾ ਕਰਦਾ ਸੀ ਉਸੇ ਤੇ ਭਾਈ ਹੁਣ ਤੂੰ ਕਰੀ ਜਾਂਦਾ ਵੀ ਫੈਮਿਲੀ ਗਾਹਾਂ ਇਹ ਵਿਆਹ ਗਿਆ ਗਾਹਾਂ ਇਹਦੇ 2 ਜਵਾਕ ਹੋ ਗਏ ਵੀ ਟੱਬਰਾਂ ਦੇ ਤਾਂ ਦਰਖਤ ਬਣੀ ਜਾਂਦੇ ਆ
पैसा कित्थों आऊगा, साधन कोई होर है ही नहीं, पैसा ਉਹੀ ਜ਼ਮੀਨ, ਉਹੀ ਗਾਹਾਂ ਜ਼ਮੀਨਾਂ ਵੰਡੀਆਂ ਜਾ ਰਹੀਆਂ ਨੇ, ਦਰਖਤ ਇਹ ਵੀ ਬੇਰੁਜ਼ਗਾਰੀ ਹੈ। ਹੁਣ ਇਹ ਆਪਦੀ ਜਿਹੜੀ ਕੰਮ ਤਾਂ ਪੂਰਾ ਕਰੀ ਜਾਂਦਾ, ਬਟ ਇਹਦੇ ਬੰਦੇ ਦੇ ਕੰਮ ਕਰਨ ਦਾ ਫਾਇਦਾ ਕੋਈ ਨਹੀਂ ਆਪਾਂ ਨੂੰ, ਇਹਨੂੰ ਕਹਿੰਦਾ ਛੁਪੀ ਹੋਈ ਬੇਰੁਜ਼ਗਾਰੀ। ਇੱਕ ਬੇਰੁਜ਼ਗਾਰੀ ਹੋਰ ਵੀ ਹੁੰਦੀ ਹੈ, ਉਹਨੂੰ ਆਪਾਂ ਕਹਿੰਦੇ ਆ ਫ੍ਰਿਕਸ਼ਨਲ ਅਨਇੰਪਲੋਇਮੈਂਟ। ਵੀ ਕਈ ਵਾਰ ਮੰਨ ਲਓ ਬੰਦਾ ਕਿਸੇ ਥਾਂ ਤੇ ਜੌਬ ਕਰੀ ਜਾਂਦਾ, ਉਹਨੂੰ ਨੌਕਰੀ ਪਸੰਦ ਨਹੀਂ ਆ ਰਹੀ, ਉਹ ਕਹਿੰਦਾ ਕਮਾਲ ਦੀ ਗੱਲ ਹੈ ਵੀ ਮੈਂ ਇਹਦੇ ਕਾਬਲ ਹੀ ਨਹੀਂ, ਪੂਰਾ ਮਤਲਬ ਐ ਫੂਕ ਚੱਕੀ ਫਿਰਦਾ ਵੀ ਮੈਂ 20,000 ਤੇ ਕਿਉਂ ਲੱਗਾ, ਮੈਂ ਤਾਂ ਲੱਖ ਵਾਲੀ ਨੌਕਰੀ ਲੈਣੀ ਹੈ। ਬਟ ਉਹਨੂੰ ਐਂ ਤਾਂ ਨਹੀਂ, ਲੱਖ ਵਾਲੀ ਨੌਕਰੀ ਧਰੀ ਪਈ ਹੈ ਵੀ ਅੱਜ ਟਪੂਸੀ ਮਾਰ ਕੇ 20,000 ਵਾਲੀ ਸੀ, ਟਪੂਸੀ ਮਾਰ ਕੇ ਲੱਖ ਵਾਲੀ ਨੌਕਰੀ ਤੇ ਅਗਲੇ ਦਿਨ ਕੋਟ ਪੈਂਟ ਪਾ ਕੇ ਜਾ ਵੜੂਗਾ। ਵਿੱਚ ਵਾਲਾ ਜਿਹੜਾ ਦੌਰ ਰਹੂਗਾ, ਵਿਹਲਾ ਰਹੂਗਾ, ਠੋਕਰਾਂ ਖਾਊਗਾ, ਇੱਧਰ ਜਾ ਉੱਧਰ ਜਾ, ਉਹ ਫ੍ਰਿਕਸ਼ਨਲ ਅਨਇੰਪਲੋਇਮੈਂਟ ਹੁੰਦੀ ਹੈ। ਟੈਕਨੋਲੋਜੀ ਆਪਣੀ ਐਡਵਾਂਸ ਹੋ ਰਹੀ ਹੈ, ਮਸ਼ੀਨੀਕਰਨ ਵੱਧ ਰਿਹਾ ਹੈ, ਜਿਹੜੀ ਲੇਬਰਾਂ ਦੀ ਪਹਿਲਾਂ ਲੋੜ ਪੈਂਦੀ ਸੀ, ਜਿਹੜਾ ਪਹਿਲਾਂ ਅੱਜ ਤੋਂ ਕਈ ਸਾਲ ਪਹਿਲਾਂ 25 30 ਸਾਲ 20 ਸਾਲ ਪਹਿਲਾਂ ਜਿਹੜੇ 20 ਬੰਦੇ ਕੰਮ ਕਰਦੇ ਸੀ, ਅੱਜ ਮਸ਼ੀਨੀਕਰਨ ਹੋਣ ਕਰਕੇ ਉਹ 2 ਬੰਦੇ ਕੰਮ ਸਾਂਭੀ ਜਾਂਦੇ ਆ, ਬਾਕੀ ਬੇਰੁਜ਼ਗਾਰ ਹੋ ਗਏ। ਸੋ ਤਰੱਕੀ ਜਦੋਂ ਹੁੰਦੀ ਹੈ, ਇਹਦੇ ਸਾਈਡ ਇਫੈਕਟ ਵੀ ਹੁੰਦੇ ਹੈ। ਟੈਕਨੋਲੋਜੀ ਐਡਵਾਂਸਮੈਂਟ ਜਦੋਂ ਹੁੰਦੀ ਹੈ, ਹੁਣ ਚਾਈਨਾ ਦੇ ਵਿੱਚ ਤਾਂ ਰੋਬੋਟ ਬਣੀ ਜਾਂਦੇ ਆ, ਉਹ ਕਹਿੰਦੇ ਰੋਬੋਟ ਕੰਮ ਕਰਿਆ ਕਰਨਗੇ ਤੇ ਬੰਦੇ ਖੂਹ 'ਚ ਜਾਣ। ਫਿਰ ਜੇ ਆਪ ਹਿਸਾਬ ਲਓ, ਟੈਕਨੋਲੋਜੀ ਇਹ ਵੀ ਅਨਇੰਪਲੋਇਮੈਂਟ ਦੀਆਂ ਹੋਰ ਕਾਫੀ ਕੈਟੇਗਰੀਆਂ, ਡੈਫੀਨੇਸ਼ਨ ਆਪਾਂ ਦੇਖਦੇ ਜਾਇਆ ਕਰਾਂਗੇ, ਜਿਵੇਂ ਜਿਵੇਂ ਆਪਣੇ ਅੱਗੇ ਸਵਾਲ ਬਣਦੇ ਜਾਇਆ ਕਰਨਗੇ, ਠੀਕ ਹੈ ਨਾ। ਚਲੋ ਜੀ, ਆ ਅਗਲਾ ਸਿਰੇ ਦਾ ਪੁਆਇੰਟ ਹੈ, ਕਿਉਂਕਿ ਆਪਣੇ ਮੁਲਕ ਦੇ ਵਿੱਚ ਮੈਨੂੰ ਪਤਾ ਪੱਕਾ ਹਰ ਬੱਚੇ ਨੇ ਪੜ੍ਹਿਆ ਹੋਊਗਾ ਵੀ ਗੁੱਡ ਗਵਰਨੈਂਸ ਇੰਡੈਕਸ ਆਉਂਦਾ ਨਹੀਂ ਹੁੰਦਾ। ਗੁੱਡ ਗਵਰਨੈਂਸ ਇੰਡੈਕਸ ਇਹਨੂੰ ਕੌਣ ਲੈ ਕੇ ਆਉਂਦਾ? DARPG। ਹਰ ਥਾਂ ਤੇ ਇਹ ਚੀਜ਼ ਦੇਖਣੀ ਜ਼ਰੂਰੀ ਹੈ कि कोई भी इंडेक्स एक कौन लेके आता है? DARPG का मतलब क्या होता है? डिपार्टमेंट ऑफ एडमिनिस्ट्रेटिव रिफॉर्म्स एंड पब्लिक ग्रीवेंसेस। ये प्रिपेयर करता है इस इंडेक्स ਨੂੰ। ਪਹਿਲੀ ਗੱਲ ਤਾਂ ਇਸ ਇੰਡੈਕਸ ਦੀ ਖਾਸ ਗੱਲ ਪਤਾ ਕੀ ਹੈ? ਚਲੋ ਇਹਦੀ ਖਾਸ ਗੱਲ ਫੇਰ ਦੇਖਾਂਗੇ। 10 ਇੰਡੀਕੇਟਰਸ ਹੁੰਦੇ ਆ, ਇਹ ਆਪਣੀਆਂ ਸਟੇਟਾਂ ਤੇ ਯੂਟੀਜ਼ ਨੂੰ ਰੈਂਕਿੰਗ ਦਿੰਦਾ ਹੈ ਕਿ ਕਿੱਥੇ ਚੰਗਾ ਗਵਰਨੈਂਸ ਸਟਰਕਚਰ ਚੱਲੀ ਜਾਂਦਾ ਹੈ, ਵੀ ਲੋਕਾਂ ਦੀ ਦੁੱਖ ਤਕਲੀਫਾਂ ਛੇਤੀ ਛੇਤੀ ਹੱਲ ਕੀਤੀਆਂ ਜਾਂਦੀਆਂ, ਉੱਥੇ ਹੈਲਥ ਸੈਕਟਰ ਕਿਵੇਂ ਹੈ, ਐਜੂਕੇਸ਼ਨ ਸੈਕਟਰ ਕਿਵੇਂ ਹੈ, ਉੱਥੇ ਮਤਲਬ ਲੋਕਾਂ ਨੂੰ ਸਹੂਲਤਾਂ ਕਿਹੋ ਜਿਹੀਆਂ ਮਿਲਦੀਆਂ, ਜੇ ਮਿਲਦੀਆਂ ਗਾਲਾਂ ਤਾਂ ਨਹੀਂ ਮਿਲਦੀਆਂ, ਕਿਤੇ ਸਰਕਾਰੀ ਮਹਿਕਮੇ ਜਾਂਦੇ ਹੋਣਗੇ ਉੱਥੇ ਗਾਲਾਂ ਖਾ ਕੇ ਮੁੰਡੇ ਹੋਣਗੇ, ਹੈ ਨਹੀਂ ਭੱਜ ਇੱਥੋਂ ਫੇਰ ਆ ਜੀ ਦੁਪਹਿਰੇ ਚੱਕ ਕੇ ਬੂਥਾ ਆ ਗਿਆ ਆਏ ਜੇ, ਬੜਾ ਕੁਝ ਦੇਖਾਂਗੇ ਇਹਦੇ 'ਚ ਆਪਾਂ ਜਦੋਂ ਇਹ ਰਿਪੋਰਟ ਪੜਾਂਗੇ ਆਪਾਂ। ਬਟ ਇੱਥੇ ਦੇਖੋ ਕੀ ਹੈ, ਡਿਸਟ੍ਰਿਕਟ ਲੈਵਲ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਯੂਨੀਅਨ ਟੈਰੀਟਰੀ ਹੈ ਜੰਮੂ ਐਂਡ ਕਸ਼ਮੀਰ, ਸਿੱਧਾ ਪੁੱਛਣਗੇ ਵੀ ਕਿਹੜੀ ਯੂਟੀ ਇਸ ਇੰਡੈਕਸ ਨੂੰ ਆਪਦੇ ਜ਼ਿਲ੍ਹਾ ਲੈਵਲ ਤੇ ਦੇਖੂਗੀ, ਹਰ ਡਿਸਟ੍ਰਿਕਟ ਨੂੰ ਅਸੈਸ ਕਰੂਗੀ ਵੀ ਉੱਥੇ ਗਵਰਨੈਂਸ ਸਟਰਕਚਰ ਕਿਵੇਂ, ਉੱਥੇ ਗਵਰਨੈਂਸ ਕਿੱਦਾਂ ਦੀ ਹੋ ਰਹੀ ਹੈ, ਵੀ ਕੀ ਲੋਕ ਆਪਣੇ ਪ੍ਰਸ਼ਾਸਨ ਤੋਂ ਖੁਸ਼ ਹੈ ਕਿ ਨਹੀਂ ਖੁਸ਼। ਇਹ ਉਪਰਾਲਾ ਕਿਹਨੇ ਕਰਿਆ ਹੈ? ਜੰਮੂ ਐਂਡ ਕਸ਼ਮੀਰ ਯੂਟੀ ਨੇ ਕਰਿਆ ਹੈ, ਇਸ ਟੂ ਗੈਟ ਅ ਡਿਸਟ੍ਰਿਕਟ ਲੈਵਲ ਗੁੱਡ ਗਵਰਨੈਂਸ ਇੰਡੈਕਸ। ਦ ਇੰਡੈਕਸ ਇਜ਼ ਮਾਡਲਡ ਔਨ ਕਿਹਦੇ ਮਾਡਲ ਤੇ ਹੈ? ਗੁੱਡ ਗਵਰਨੈਂਸ ਇੰਡੈਕਸ ਦੇ ਮਾਡਲ ਤੇ ਹੈ। ਜਿਹੜਾ ਗੁੱਡ ਗਵਰਨੈਂਸ ਇੰਡੈਕਸ ਆ ਨਾ, ਆ ਗੁੱਡ ਗਵਰਨੈਂਸ ਜਿਹੜਾ ਇੰਡੈਕਸ ਹੈ, ਇਹ ਆਪਣਾ ਆਉਂਦਾ ਗੁੱਡ ਗਵਰਨੈਂਸ ਡੇ ਵਾਲੇ ਦਿਨ। ਗੁੱਡ ਗਵਰਨੈਂਸ ਡੇ ਆਪਾਂ ਕਦੋਂ ਬਣਾਉਣੇ ਆ? 25 ਦਸੰਬਰ ਨੂੰ। ਕਿਉਂ 25 ਦਸੰਬਰ ਨੂੰ ਬਣਾਉਣੇ ਆਪਾਂ? ਕੀ ਤੋਂ ਕਢਾ ਦੇਣ ਇਹ? ਕਿਉਂਕਿ ਏਦਾਂ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਹੁੰਦਾ ਹੈ, ਤੇ ਇਹ ਆਪਾਂ ਬਣਾਉਣ ਲੱਗੇ ਹਾਂ 2014 ਤੋਂ, ਜਦੋਂ ਆਪਣੇ ਸੈਂਟਰ 'ਚ ਮੋਦੀ ਸਰਕਾਰ ਆਈ ਹੈ। ਅਟਲ ਬਿਹਾਰੀ ਵਾਜਪਾਈ ਦਾ ਦਿਨ ਆਪਾਂ ਉਦੋਂ ਬਣਾਉਣ ਲੱਗੇ ਹਾਂ, ਤੇ ਉਦੋਂ ਹੀ ਭਾਈ ਆਪਣਾ DARPG ਜਿਹੜਾ ਆਪਣਾ ਇਹ ਡਿਪਾਰਟਮੈਂਟ ਹੈ ਨਾ, ਇਹ ਆਹ DARPG ਇਹ ਆਪਣਾ ਬੱਚੋ ਆਉਂਦਾ ਹੈ ਮਿਨਿਸਟਰੀ ਆਫ ਪਰਸੋਨਲ। ਕੀ ਦਾ ਡਿਪਾਰਟਮੈਂਟ? ਬਾਰ-ਬਾਰ ਕਹਿ ਰਹੇ ਹਾਂ, ਅੱਜ ਪਹਿਲਾਂ ਆਪਾਂ ਮਿਨਿਸਟਰੀ ਆਫ ਹੋਮ ਅਫੇਅਰਸ ਦਾ ਵੀ ਦੇਖਿਆ, ਕਿਹੜਾ ਦੇਖਿਆ ਆਪੇ ਦੇਖੋ ਹੁਣ, ਮਿਨਿਸਟਰੀ ਆਫ ਪਰਸੋਨਲ, ਮਿਨਿਸਟਰੀ ਆਫ ਪਰਸੋਨਲ ਕਮਾ ਪਬਲਿਕ ਗ੍ਰੀਵੈਂਸਸ ਐਂਡ ਪੈਨਸ਼ਨਸ। ਇਸ ਮਿਨਿਸਟਰੀ ਦੇ ਅੰਡਰ ਆਉਂਦਾ ਬੱਚੋ ਕੌਣ? ਤਾਂ ਆਪਾਂ ਟਿਕ ਲਾਵਾਂਗੇ DARPG। ਜਿਹੜਾ ਕੀ ਰਿਲੀਜ਼ ਕਰਦਾ ਤਾਂ ਆਪਾਂ ਟਿਕ ਲਾਵਾਂਗੇ ਗੁੱਡ ਗਵਰਨੈਂਸ ਇੰਡੈਕਸ। ਕਿਹੜੇ ਦਿਨ ਆਉਂਦਾ ਹੈ? ਗੁੱਡ ਗਵਰਨੈਂਸ ਡੇ ਵਾਲੇ ਦਿਨ ਆਉਂਦਾ ਹੈ। ਕਿੱਦੇ ਹੁੰਦਾ ਹੈ? 25 ਦਸੰਬਰ ਨੂੰ। ਪਹਿਲੀ ਵਾਰ ਕਦੋਂ ਬਣਾਇਆ ਗਿਆ? 2014 ਦੇ ਵਿੱਚ। ਦੇਖ ਲੈਂਦੇ ਫਿਰ ਪਿੱਛੇ ਜਿਹੜਾ ਹੋਇਆ ਸੀ ਉਹ ਜੋ ਟੌਪ ਕਿਹਨੇ ਕੀਤਾ? ਗੁਜਰਾਤ। ਸਾਰੇ ਪਾਸੇ ਟੌਪ ਕਰੀ ਜਾਂਦਾ, ਸੁਖਣਾ ਫਿਰ ਮੋਦੀ ਰਾਜ ਚੱਲੀ ਜਾਂਦਾ, ਮਾੜਾ ਮੋਟਾ ਫਾਇਦਾ ਤਾਂ ਹੋਵੇ। ਗੁਜਰਾਤ ਟੌਪਡ ਦਾ ਰੈਂਕਿੰਗ ਫੋਲੋਡ ਬਾਈ ਮਹਾਰਾਸ਼ਟਰ ਐਂਡ ਗੋਆ। ਚਲੋ ਵੀ ਲਓ ਜੀ ਮੁੰਡੇ, ਫਿਰ ਗਰਮੀਆਂ ਦਾ ਸੀਜ਼ਨ ਆ ਗਿਆ, ਪਿੰਡਾਂ ਨੂੰ ਫਿਰ ਜ਼ਿਆਦਾ ਪਤਾ ਹੈ, ਮੱਖਖਾਨਾ ਫਿਰ ਇਕੱਠਾ ਹੋਣ ਜਾ ਰਿਹਾ, ਮੱਖੀਆਂ ਢੇਰ ਲੱਗਣ ਜਾ ਰਿਹਾ। ਗਰਮੀਆਂ 'ਚ ਹੋਰ ਹੋਣਾ ਕੀ ਹੈ? ਚਾਹ ਦਾ ਕੌਲਾ ਧਰਨਸਾਰ ਮਲਾਈ ਤੋਂ ਪਹਿਲਾਂ ਅਟੈਕ ਹੋ ਜਾ ਕਰੂ ਕਿਹਦਾ? ਮੱਖੀਆਂ ਦਾ। ਤੇ ਪਹਿਲਾਂ ਫਿਰ ਸੁਖਣਾ ਆਪਣਾ ਮੱਖੀਆਂ ਦੀਆਂ 2 ਵੈਰਾਈਟੀਆਂ ਹੋਰ ਤੇ ਆ ਗਈਆਂ ਭਾਈ। ਉਹ ਮੱਖੀਆਂ ਦੀਆਂ 2 ਵੈਰਾਈਟੀਆਂ ਕਿਹੜੀਆਂ? ਫਲਾਵੋਸਕਿਊਟਾਟਾ ਤੇ ਨਾਈਗਰਾ। ਆਹ ਤਾਂ ਮੂਰੇ ਸੇਮ ਹੀ ਹੈ ਦੋਨਾਂ 'ਚ, ਮੋਨੋਸਿਰੋਮੀਆ ਤੇ ਮੋਨੋਸਿਰੋਮੀਆ। ਹੁਣ ਪੇਪਰ ਕੀ ਪੁੱਛਣਗੇ? ਫਲਾਵੋਸਕਿਊਟਾਟਾ ਤੇ ਨਾਈਗਰਾ, ਇਹ ਦੋਨੇ ਕਾਹਦੀਆਂ ਵੈਰਾਈਟੀਆਂ ਨੇ? ਇਹ ਸਪੈਸ਼ਲ ਮੱਖੀ ਹੈ,
ਸਪਾਈਸ਼ਲ ਮੱਖੀ ਹੈ, ਸਪਾਈਸ਼ਲ ਸਾਇਰਫਿਡ ਫਲਾਈਜ਼, ਜਿਹਨੂੰ ਬੱਚਾ ਆਪਾਂ ਦੇਖੋ ਮੈਂ 3 ਵਾਰ ਕੀ ਲਿਖਿਆ ਹੈ, ਜਿਹਨੂੰ ਆਪਾਂ ਹੌਵਰ ਫਲਾਈ, ਇਹ ਹੌਵਰ ਹੀ ਕਰਦੀ ਰਹਿੰਦੀ ਹੈ, ਐ ਵਧੀਆ ਫਲਾਵਰਾਂ ਤੇ ਬਹਿੰਦੀ ਹੈ, ਬਾਲੇ ਕੀੜੇ ਮਕੌੜੇ ਖਾਂਦੀ ਹੈ ਮੱਖੀ ਇਹ, ਤਾਂ ਹੀ ਇਹ ਪੜ੍ਹੀ ਜਾਂਦੇ ਆਪਾਂ। ਇਹ ਕੀੜੇ ਮਕੌੜੇ ਖਾਣ ਕਰਕੇ ਇਹ ਆਪਣੇ ਫਾਰਮਰਸ ਦੀ ਫਰੈਂਡ ਹੈ, ਇਹ ਮੱਖੀ ਫਾਰਮਰ ਦੀ ਫਰੈਂਡ ਹੈ। ਹੋਰ ਫਾਰਮਰ ਦਾ ਕੌਣ ਹੋਊਗਾ, ਹੋਰ ਫਰੈਂਡ ਕੌਣ ਬਣਦਾ, ਮੱਖੀ ਬਣ ਗਈਆਂ, ਮੱਖੀਆਂ ਇਹ ਫਾਰਮਰ ਦੀਆਂ ਫਰੈਂਡ ਹੈ। ਇਹਨੂੰ ਫਲਾਵਰ ਫਲਾਈ ਵੀ ਕਹਿੰਦੀ ਆ, ਹੌਵਰ ਫਲਾਈ ਵੀ ਕਹਿੰਦੀ ਹੈ। ਆ ਦੇਖੋ ਇਹ ਐਨਮੀ ਹੈ, ਇਹ ਦੁਸ਼ਮਣ ਹੈ, ਜਿਹੜੇ ਮਤਲਬ ਸਲੋ ਮੂਵਿੰਗ ਇਨਸੈਕਟ ਹੈ, ਜਿਹੜੇ ਇਨਸੈਕਟ ਤੋਂ ਬਸ ਐ ਤੁਰਿਆ ਫਿਰਿਆ ਜਾਂਦੇ, ਥਾਂ ਤੇ ਬੈਠੇ ਰਹਿੰਦੇ ਹੈ, ਬਸ ਫਿਰ ਉਹਨੂੰ ਆ ਕੇ ਟਾਵਰ ਨਾਲ ਖਾ ਜਾਂਦੀ ਹੈ। ਬਹੁਤ ਪਿਆਰੀ ਬੀ ਹੈ, ਬੀ ਮਤਲਬ ਕੀ ਹੁੰਦਾ, ਫਲਾਈ ਨੂੰ ਬੀ ਵੀ ਕਹਿੰਦੇ ਨੇ, ਬੀ ਜਿਵੇਂ ਮਧੂ ਮੱਖੀ ਹਨੀ ਬੀ ਹੈ, ਬਹੁਤ ਮਤਲਬ ਬਹੁਤ ਪਿਆਰੀ ਜੀ ਮੱਖੀ ਹੈ, ਬਹੁਤ ਸੋਹਣੀ ਮੱਖੀ ਹੈ, ਹੇਅਰੀ ਹੁੰਦੀ ਹੈ, ਇਹਦੇ ਬਲੈਕ ਐਂਡ ਯੈਲੋ ਸਟ੍ਰਿਪਸ ਹੁੰਦੀਆਂ, ਇਹਦਾ ਅਬਡੋਮਨ ਥਿਨ ਹੁੰਦਾ, ਬਹੁਤ ਵਧੀਆ ਮੱਖੀ ਹੈ। ਤੇ ਕੁੱਲ ਮਿਲਾ ਕੇ ਉਹ ਚੋਂ ਡਿਸਕਵਰ ਕਿੱਥੇ ਕਿੱਥੇ ਕੀਤੀ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਨਿਊਲੀ ਡਿਸਕਵਰਡ ਸਪੀਸੀਜ਼ ਹੈ, ਆਪਾਂ ਦੇਖ ਹੀ ਲਿਆ। ਜਿਹੜੀ ਆਪਣੀ ਪਹਿਲੀ ਆ ਫਲੈਵੋਸਕਿਊਟਾਟਾ, ਇਹ ਡਿਸਕਵਰ ਕੀਤੀ ਆ ਤਾਮਿਲਨਾਡੂ ਦੇ ਵਿੱਚ, ਦਿੰਦੀਗੁਲ ਡਿਸਟ੍ਰਿਕਟ ਦੇ ਵਿੱਚ। ਤੇ ਆਪਣਾ ਨਾਈਗਰਾ, ਇਹ ਆਪਾਂ ਯਾਦ ਰੱਖਣਾ ਬੱਚੋ, ਇਹ ਬਸਤਰ ਡਿਸਟ੍ਰਿਕਟ ਦੇ ਵਿੱਚ ਕਿੱਥੇ ਹੈ, ਅਰੁਣਾਚਲ ਪ੍ਰਦੇਸ਼। ਜ਼ਿਲ੍ਹੇ ਸਾਨੂੰ ਨੌਲੇਜ ਜਿਹੜੇ ਬਹੁਤ ਘੈਂਟ ਦਿਓ ਅੱਗੇ ਜਾ ਕੇ, ਜ਼ਿਲ੍ਹੇ ਆਪਾਂ ਯਾਦ ਕਿਹੜੇ ਕਿਹੜੇ ਮੇਨ ਕਰਨੇ ਆ, ਕਿਹੜਾ ਵੱਡਾ ਜ਼ਿਲ੍ਹਾ ਛੋਟਾ ਜ਼ਿਲ੍ਹਾ, ਜਿਵੇਂ ਪਿੱਛੇ ਆਪਾਂ ਦੇਖ ਲਿਆ ਵੀ 700 ਟੱਪ ਗਏ ਹਨਾ, ਪਹਿਲਾਂ 640 ਸੀ, 736 ਹੋ ਗਏ, ਇਹ ਸਾਰੇ ਪੁਆਇੰਟ ਆਪਾਂ ਯਾਦ ਰੱਖਣੇ ਆ। ਤੇ ਕੁੱਲ ਮਿਲਾ ਕੇ ਅਗਲਾ ਕੀਮਤੀ ਪੁਆਇੰਟ ਫਿਰ ਆਪਾਂ ਦੇਖੀਏ, ਜਿਹੜੇ ਕਹਿੰਦੇ ਆਪਣੀ ਮਿਨਿਸਟਰੀ ਆਫ ਹਾਊਸਿੰਗ ਤੇ ਅਰਬਨ ਅਫੇਅਰਸ ਹੈ। ਪਹਿਲੀ ਗੱਲ ਤਾਂ ਜਦੋਂ ਆਪਾਂ ਕਿਤੇ ਵੀ ਮਿਨਿਸਟਰੀ ਦਾ ਜ਼ਿਕਰ ਕਰਦੇ ਹਾਂ, ਉਹਦੇ ਨਾਲ ਪੱਕਾ ਯਾਦ ਰੱਖਿਆ ਕਰੋ ਵੀ ਇਹ ਕੀ ਕੰਮ ਕਰਦੀ ਹੈ, ਇਹ ਕੀ ਪਬਲਿਸ਼ ਕਰਦੀ ਹੈ, ਕਿਹੜੇ ਕਿਹੜੇ ਇਹਨੇ ਅਵੇਅਰਨੈਸ ਪ੍ਰੋਗਰਾਮ ਚਲਾਏ ਹੈ, ਜਾਂ ਕਿਹੜਾ ਇਹ ਇੰਡੈਕਸ ਰਿਲੀਜ਼ ਕਰਦੀ ਹੈ। ਇਹੋ ਜਿਹੇ ਸਵਾਲ ਪੇਪਰ 'ਚ ਬਣਨ ਦਾ ਬਹੁਤ ਬਹੁਤ ਜ਼ਿਆਦਾ ਚਾਂਸ ਹੁੰਦੇ, ਸਮਝੇ ਮੇਰੀ ਗੱਲ। ਹੁਣ ਜਿਵੇਂ ਆਹ ਹੈ ਮਿਨਿਸਟਰੀ ਆਫ ਹਾਊਸਿੰਗ ਅਰਬਨ ਅਫੇਅਰ, ਇਹਨਾਂ ਨੇ ਕੀ ਕੀਤਾ ਸੀਗਾ, ਇਹਨਾਂ ਨੇ ਲਾਂਚ ਕੀਤਾ, ਡਿਵੈਲਪ ਕੀਤਾ ਕਲਾਈਮੇਟ ਚੇਂਜ ਅਵੇਅਰਨੈਸ ਕੰਪੇਨ ਤੇ ਆਪਣਾ ਨੈਸ਼ਨਲ ਫੋਟੋਗ੍ਰਾਫੀ ਕੰਪੀਟੀਸ਼ਨ। ਇਹ ਦੋਨੋਂ ਨਾਂ ਦੀ ਪਤਾ ਲੱਗ ਗਿਆ, ਕੱਢਣ ਪਾਉਣ ਨੂੰ ਕੁਛ ਨਹੀਂ, ਬਟ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਇਹ ਕੰਪੇਨ ਕਿਹੜੀ ਮੰਤਰਾਲੇ ਨੇ ਕੀਤਾ, ਮਿਨਿਸਟਰੀ ਆਫ ਹਾਊਸਿੰਗ ਤੇ ਅਰਬਨ ਅਫੇਅਰਸ, ਸਮਝੇ ਮੇਰੀ ਗੱਲ। ਜੇ ਮਿਨਿਸਟਰੀ ਆਫ ਹੋਮ ਅਫੇਅਰ ਵੀ ਦੇਖਿਆ ਆਪਾਂ ਅੱਜ, ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵੈਂਸਸ ਤੇ ਪੈਨਸ਼ਨਰ ਡਿਪਾਰਟਮੈਂਟ ਵੀ ਉਹਦਾ DARPG ਸੀਗਾ, ਆ ਵੀ ਆਪਾਂ ਯਾਦ ਰੱਖਣਾ ਹੈ। ਹਾਂ ਇਹ ਸਿੰਪਲ ਹੈ ਵੀ ਲੋਕਾਂ ਨੂੰ ਅਵੇਅਰ ਕਰੋ, ਲੋਕਾਂ ਨੂੰ ਕਲਾਈਮੇਟ এনवायरमेंट ਬਚਾਉਣ ਦੇ ਲਈ ਅਵੇਅਰ ਕਰੋ ਵੀ ਬਚਾ ਲਓ ਓਏ ਬਚਾ ਲਓ, ਜੇਕਰ ਆਪਾਂ ਇਹ ਨਾ ਬਚਾਇਆ ਫਿਰ ਆਪਾਂ ਇਹ ਤੋਂ ਨਹੀਂ ਕੋਈ ਬਚਾ ਸਕਦਾ। ਜਦੋਂ ਕੁਦਰਤ ਕਰਦੀ ਹੈ ਤਾਂ ਬਹੁਤ ਮਾੜੀ ਕਰਦੀ ਹੈ, ਰਿਟਰਨ ਫਿਰ ਸਣੇ ਵਿਆਜ ਦਿੰਦੀ ਹੈ, ਇਹ ਆਮ ਤੌਰ ਤੇ ਕਹੀ ਜਾਂਦਾ ਹੈ। ਇਹ ਦੋਨੇ ਇਵੈਂਟ ਬੱਚੋਂ ਫਿਰ ਕਿੱਥੇ ਹੈਲਡ ਕੀਤੇ ਗਏ ਸੀ, ਆਪਣੇ ਸੂਰਤ ਵਿੱਚ ਹੋ ਗਏ ਵੈਸੇ, ਕਿਉਂਕਿ ਆਪਾਂ ਕਰੰਟ ਬੱਚੋਂ ਜਨਵਰੀ ਦੇ ਪੜ੍ਹ ਰਹੇ ਹਾਂ, ਇਹਦਾ ਫਰਵਰੀ 'ਚ ਨਿਬੜ ਗਏ। ਇਹ ਇਵੈਂਟ ਵੈਸੇ ਆਪਣੀ ਇਹ ਮਿਨਿਸਟਰੀ ਆਫ ਹਾਊਸਿੰਗ ਅਰਬਨ ਅਫੇਅਰ ਕਿਉਂ ਕਰ ਰਹੀ ਹੈ, ਕਿਉਂਕਿ ਇਸ ਮਿਨਿਸਟਰੀ ਕੋਲ ਜ਼ਿੰਮੇਵਾਰੀ ਬਾਹਲੀ ਵੱਡੀ ਆ ਨਾ, ਕਿਉਂਕਿ ਆਪਣਾ 75 ਹਫ਼ਤਿਆਂ ਦਾ ਪ੍ਰੋਗਰਾਮ ਸਟਾਰਟ ਕੀਤਾ ਗਿਆ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ। ਤੁਹਾਨੂੰ ਪਤਾ ਹੈ ਇਸ ਸਾਲ ਆਪਣਾ 2022 ਦੇ ਵਿੱਚ 75th 75ਵੀਂ ਵਰ੍ਹੇਗੰਢ ਆ ਰਹੀ ਹੈ ਆਪਣੀ ਆਜ਼ਾਦੀ ਦੀ 2022 ਦੇ ਵਿੱਚ। ਤਾਂ ਇਹਨਾਂ ਨੇ ਫਿਰ 75 ਹਫ਼ਤੇ ਪਹਿਲੇ ਹੀ ਮਤਲਬ ਇਹਨਾਂ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕੀ ਹੈ 12 ਮਾਰਚ 2021 ਨੂੰ ਸਟਾਰਟ ਕਰਤਾ ਸੀਗਾ, ਜਿਹ 'ਚ ਆਪਣੇ ਸਾਰੇ ਮੁਲਕ ਦੀਆਂ ਝਾਕੀਆਂ ਪੇਸ਼ ਕਰਦੇ ਆ, ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ। ਇਹ 12 ਮਾਰਚ ਨੂੰ ਕਿਉਂ ਕੀਤਾ, ਤੁਸੀਂ ਆਈਆਂ ਆਈਡੀਆ ਲਾ ਲਓ, ਇਤਿਹਾਸ ਦਾ ਇਤਿਹਾਸਿਕ ਪੁਆਇੰਟ ਹੈ, ਇੱਦਾਂ ਨਹੀਂ ਯਾਦ ਆਇਆ ਨਾ ਡਰਟੀ ਫੈਲੋਜ਼, ਤਾਂ ਕਹਿਣਾ ਉਹਨਾਂ ਹਿਸਟਰੀ ਰਿਵਾਈਜ਼ ਕਰ ਲਓ, ਨਾ ਜੀ ਕਰ ਲਈ ਕਰੀ ਜਾਣਗੇ। ਉਹ ਕਮਲਿਓ ਬੰਦਿਓ 12 ਮਾਰਚ ਨੂੰ ਕੀ ਹੋਇਆ ਸੀ, ਡਾਂਡੀ ਮਾਰਚ, ਜਿਹੜੀ ਗਾਂਧੀ ਦੀ ਆਪਣੀ ਯਾਤਰਾ ਹੁੰਦੀ ਹੈ, ਜਿਹਦੇ ਨਾਲ ਆਪਣੇ ਦੇਸ਼ 'ਚ ਕਿਹੜੀ ਮੂਵਮੈਂਟ ਚੱਲ ਪੈਂਦੀ ਹੈ, ਸਿਵਲ ਡਿਸਓਬੀਡੀਐਂਸ ਮੂਵਮੈਂਟ ਚੱਲ ਪੈਂਦੀ ਹੈ। ਉਹ ਤਿੰਨ ਤਾਂ ਮੂਵਮੈਂਟਾਂ ਯਾਰ, ਪਹਿਲੀ ਨੌਨ ਕੋਆਪਰੇਸ਼ਨ ਮੂਵਮੈਂਟ ਹੈ, ਇਹ ਆਪਣੀ 1920 ਵਾਲੀ ਹੈ, ਦੂਜੀ ਆਪਣੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਹੈ, ਤੀਜੀ ਆਪਣੀ ਭਾਰਤ ਛੱਡੋ ਅੰਦੋਲਨ ਹੈ, ਜਿਹਨੂੰ ਆਪਾਂ ਬੋਲਦੇ ਹਾਂ ਕੁਇਟ ਇੰਡੀਆ ਮੂਵਮੈਂਟ, ਇਹ ਆਪਣੀ ਅਗਸਤ ਕ੍ਰਾਂਤੀ ਬੋਲਦੇ ਹਾਂ, ਇਹ ਬੱਚੇ 1942 ਦੇ ਵਿੱਚ ਆਈ ਹੈ। ਤੋ ਸਿੰਪਲ ਜਿਹਾ ਪੁਆਇੰਟ ਹੈ, ਕੋਈ ਖਾਸ ਗੱਲ ਨਹੀਂ, ਬਟ ਤੁਸੀਂ ਯਾਦ ਰੱਖਣਾ ਹੈ ਇਹ 75 ਹਫ਼ਤੇ ਪਹਿਲਾਂ ਹੀ ਕੰਮ ਕਰਤਾ। ਤਿਆਰੀਆਂ ਦੇ ਮਾਮਲੇ 'ਚ ਤਾਂ ਆਪਣੇ ਮੁਲਕ ਦੀ ਕੋਈ ਰੀਸ ਕਰ ਹੀ ਨਹੀਂ ਸਕਦਾ, ਇਹਨੂੰ ਕਹਿੰਦਾ ਤਿਆਰੀ। 75 ਹਫ਼ਤੇ ਪਹਿਲਾਂ ਹੀ ਤਿਆਰੀ, ਕਾਊਂਟਡਾਊਨ ਹੁੰਦਾ 10 ਦਿਨਾਂ ਦਾ, 12 ਦਿਨਾਂ ਦਾ, 15 ਦਿਨਾਂ ਦਾ, ਕਿਤੇ ਇਹੋ ਜਿਹਾ ਕਾਊਂਟਡਾਊਨ ਸੁਣਿਆ ਵੀ 75 ਵੀਕਸ ਟੂ ਗੋ, 74 ਵੀਕਸ ਟੂ ਗੋ, 73 ਵੀਕਸ ਕਿੰਨਾ ਔਡ ਲੱਗਦਾ, ਇਹ ਆਪਾਂ ਹੀ ਕਰ ਸਕਦੇ ਹਾਂ, ਠੀਕ ਹੈ ਨਾ। ਤੇ ਆਪਾਂ ਯਾਦ ਰੱਖਣਾ, ਉਹਦੇ ਤਹਿਤ ਹੀ ਆਪਾਂ ਉਹ ਪੁਆਇੰਟ ਪੜ੍ਹਿਆ ਸੀਗਾ। ਲਓ ਵੀ ਅਗਲੀ ਖਬਰ ਫੇਰ ਬਹੁਤ ਪਿਆਰੀ ਹੈ, ਵੈਸੇ ਇਹੋ ਜਿਹੀ ਖਬਰ ਪੜ੍ਹਨ ਦੀ ਲੋੜ ਨਹੀਂ ਹੈਗੀ ਆਪਾਂ ਨੂੰ, ਬਟ ਜਿਸ ਖਬਰ ਨੇ ਮੰਨ ਲਓ ਰਿਕਾਰਡ ਹੀ ਕਾਇਮ ਕਰਤਾ
ਫਿਰ ਤਾਂ ਪੜ੍ਹਨਾ ਹੀ ਪਊਗਾ। ਇਹਨੇ ਰਿਕਾਰਡ ਤੋੜਤੇ, ਰਿਕਾਰਡ 21 ਦੇ ਵਿੱਚ ਗਰਦ ਕੱਢਤੀ ਆਪਣੇ ਵਾਲਿਆਂ ਨੇ। ਕਾਹਦੀ? ਹਿੰਟ ਦੇਵਾਂ? ਵਿਆਹਾਂ ਦੀ। ਕਿਉਂਕਿ ਪਿਛਲੇ ਸਾਲ ਉਦੋਂ ਪਹਿਲਾਂ ਕਰੋਨਾ ਆ ਗਿਆ, ਸਾਰੇ ਵਿਆਹ ਟਲ ਗਏ। ਜਦੋਂ ਵਿਆਹ ਟਲ ਗਏ ਤਾਂ ਫਿਰ ਆਪਣੇ ਸਿਉਣੇ ਦੀ ਖਪਤ ਘਟ ਗਈ। ਸਿਉਣੇ ਦੀ ਖਪਤ ਕਦੋਂ ਹੁੰਦੀ ਹੈ? ਜਦੋਂ ਆਪਣੇ ਮੁਲਕ 'ਚ ਵਿਆਹ ਵੱਧ ਜਾਣ। ਕਿਉਂਕਿ ਵਿਆਹਾਂ 'ਚ ਕੀ ਹੁੰਦਾ ਹੈ ਕਿ ਫੁੱਫੜ ਨਾ ਰੁੱਸ ਜੇ, ਪ੍ਰਾਹੁਣਾ ਰੁੱਸ ਜੇ, ਵਿਚੋਲੇ ਕੋਲੇ ਸੰਨ 'ਚ ਦਿਨ ਰਾਤ ਇਹੀ ਫੋਨ ਆਉਂਦੇ ਆ, ਆੜੀ ਛਾਂਪਾਂ 11 ਚਾਹੀਦੀਆਂ, ਛਾਂਪਾਂ 13 ਚਾਹੀਦੀਆਂ, ਛਾਂਪਾਂ 15 ਚਾਹੀਦੀਆਂ, ਫਲਾਨਾ ਵੀ ਰੁੱਸੀ ਜਾਂਦਾ, ਉਹ ਪ੍ਰਾਹੁਣੇ ਨੂੰ ਵੀ ਉਹਨੂੰ ਵੀ ਪਾਉਣੀਆਂ, ਉਹਨੂੰ ਵੀ ਪਾਉਣੀਆਂ, ਫੁੱਫੜ ਨੂੰ ਵੀ ਪਾਉਣੀਆਂ। ਬੜਾ ਬੜਾ ਜੱਬ ਖੜਾ ਹੁੰਦਾ ਹੈ। ਆ ਤੋੜ ਤੇ ਰਿਕਾਰਡ ਆਪਣੇ ਨੇ ਸਿਉਣੇ 'ਚ। 2021 ਦੇ ਵਿੱਚ 1050 ਟਨ ਸਿਉਣਾ ਆਪਣੇ ਮੁਲਕ ਨੇ ਇੰਪੋਰਟ ਕੀਤਾ, ਕਿਉਂਕਿ 21 'ਚ ਵਿਆਹਾਂ ਦੀ ਗਰਦ ਕੱਢਤੀ ਆਪਾਂ। 75.7 ਬਿਲੀਅਨ ਡਾਲਰ ਆਪਾਂ ਗੋਲਡ ਇੰਪੋਰਟ ਕੀਤਾ 2021 ਦੇ ਵਿੱਚ, ਜਿਹੜਾ ਕਿ ਪਿਛਲੇ ਸਾਲ, ਉਦੋਂ ਪਿਛਲੇ ਸਾਲ ਪਤਾ ਕਿੰਨਾ? ਸਿਰਫ 22 ਬਿਲੀਅਨ ਸੀ। ਡਬਲ ਤੋਂ ਵੀ ਟੱਪ ਗਿਆ। 1050 ਟਨ। 2020 ਸਿਰਫ 430 ਟਨ ਆਪਾਂ ਸਿਉਣਾ ਆਪਣੇ ਮੁਲਕ 'ਚ ਇੰਪੋਰਟ ਕੀਤਾ ਸੀ। ਸੋ ਇਹ ਇਤਿਹਾਸਿਕ ਜਿਹਾ ਪੁਆਇੰਟ ਆ, ਤਾਂ ਪੜ੍ਹੀ ਜਾਂਦੇ ਆਪਾਂ, ਕਿਉਂਕਿ ਇਹਨੇ ਪੁਰਾਣਾ ਰਿਕਾਰਡ ਵੀ ਤੋੜਤਾ। ਇੱਕ ਵਾਰ ਆਪਾਂ 2011 ਦੇ ਵਿੱਚ 53.9 ਬਿਲੀਅਨ ਡਾਲਰ ਦਾ ਗੋਲਡ ਇੰਪੋਰਟ ਕੀਤਾ ਸੀ, ਉਹਦਾ ਰਿਕਾਰਡ ਵੀ ਤੋੜਤਾ। ਹੁਣ ਰਹੀ ਗੱਲ, ਇਹ ਇੰਨਾ ਇੰਪੋਰਟ ਕਿਹਦੀ ਚਾਂਦੀ ਬਣਾ ਰੱਖੀ ਹੈ? ਆਪਾਂ ਸਿਉਣਾ ਮੰਗਾ ਕੇ ਕਿਹੜੇ ਮੁਲਕਾਂ ਨੇ ਚਾਂਦੀ ਬਣਾਈ ਪਈ ਹੈ? ਸਾਊਦੀ ਅਰੇਬੀਆ, ਸਵਿਟਜ਼ਰਲੈਂਡ ਤੇ ਚਾਈਨਾ ਆਰ ਦਾ ਲਾਰਜੈਸਟ ਐਕਸਪੋਰਟਰ ਆਫ ਗੋਲਡ। ਮਤਲਬ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚੋਂ ਆਪਣੇ ਕੋਲ ਸਭ ਤੋਂ ਜ਼ਿਆਦਾ ਸਿਉਣਾ ਪਹੁੰਚ ਰਿਹਾ ਹੈ। ਚਲੋ ਜੀ, बुकारेस्ट, ये क्या है? पहली गल तो यह शहर का नाम है बुकारेस्ट। 9 ग्रुप, ये हुण चर्चा च ज्यादा फेर आ गया भाई, ये चर्चा च हुण ज्यादा फेर आ गया। ये क्योंकि रशिया के खिलाफ ही बनया सी, पहले ही मैं दस दिता। इनू सपोर्ट किया यूरोपीयन यूनीयन वाले ने, अमेरिका वाले ने। इस मैं सारे हौली सारे पत्ते रशिया यूक्रेन के खोलता जाऊँगा। पहला तो आही ग्रुप ला लो तुसीं। ये ग्रुप पता कदों बनया सी? जदों रूस ने क्रीमिया ते कब्जा कर लिया सी। क्रीमिया किहदा पार्ट सी? यूक्रेन का। ये रौला कहता वपार का रौला होंदा है। वो सारे मैडिटेरेनियन सी तक आपदा कब्जा करना चाहुंदा है। कौन? रूस। उहदे विच अड़चन किहदी आउंदी है? यूक्रेन। यूक्रेन एक बफर स्टेट है, जिन्हों की अमेरिका यूज करता है एज अ बफर स्टेट, जां वैसटर्न वर्ल्ड, जां अपना इधर जिहड़ा सारा यूरोप है। एक मैप दिखाउणा मैं, तुहानूं दसदा जिहड़ा क्रीमिया दा की रौला है, फिर ਆਪਾਂ इस खबर ते आउणी है, ठीक है ना। आ देखो, आ अपना रूस आ गया, आ बच्चा अपना यूक्रेन आ गया, आ अपना क्रीमिया आ गया। क्रीमिया ते कब्जा किहने कर लिया? रूस ने। क्यों कर लिया? क्योंकि विचाले आ एक जल संधि आउंदी है, वो की बोलते हैं? कर्च स्ट्रेट। तुहानूं स्पैलिंग दस रहे जे? हाँ दस रहे हो तां KERCH, कर्च। तुहानूं मैं सारियां स्ट्रेटां पढ़ाऊंगा, किहड़ी स्ट्रेट किहड़े दो थावां नूं जोड़दी है, किहड़े दो लैंड मास नूं अलग करती है। ਇੱਥੇ ਆਪਣਾ सी ऑफ एजोव, सी ऑफ एजोव, ਤੇ ਇਧਰ ਆਪਣਾ ਕੀ ਆ? ਬਲੈਕ ਸੀ। ਆ ਕੀ ਲਿਖਾ ਹੈ? ਬਲੈਕ ਸੀ, ਬਲੈਕ। ਤੇ ਕੁੱਲ ਮਿਲਾ ਕੇ ਜਦੋਂ ਫਿਰ ਰੂਸ ਨੇ ਇਸ ਸਟੇਟ ਤੇ ਕਬਜ਼ਾ ਕਰ ਲਿਆ, ਬਸ ਫਿਰ ਸਿੱਧਾ ਰਸਤਾ ਖੁੱਲ ਗਿਆ। ਆ ਪਏ ਸਾਰੇ ਆ ਟਰਕੀ, ਤੁਰਕੀ ਆ ਪਏ ਗਾਂ, ਫਿਰ ਮੈਂ ਆ ਪਏ ਟਰਕੀ, ਆ ਪਏ ਟਰਕੀ। ਇਧਰ ਕੀ ਆ ਜਾਊਗਾ? ਫਿਰ ਮੈਡੀਟਰੇਨੀਅਨ ਸੀ ਆ ਜਾਊਗਾ। ਸੋ ਸਿੱਧਾ ਫਿਰ ਮੈਡੀਟਰੇਨੀਅਨ ਕੰਟਰੀਆਂ ਨਾਲ ਟ੍ਰੇਡ ਦਾ ਰਸਤਾ ਖੁੱਲ ਗਿਆ, ਤਾਂ ਕਬਜ਼ਾ ਕੀਤਾ। बट जदों भाई ते कब्जा कर लिया, जोड़े होर आ नाल निक्के निक्के मुल्क है, बन गई भागी जे मोल्दावो हो गया, आ बुकारेस्ट अपना रोमानिया वाला आ गया, बुल्गारिया, सारे भागी बन गई। इधरले तेरे उही निक्के निक्के जॉर्जिया पे, अर्मीनिया, वो अजरबाईजान परां रह गया। मैं यूरोप का मैप का ना सारा टिप्स ते करवा दूंगा, एक दो क्लास में मतलब यूरोप का मैप ही पढ़ाऊंगा। तो सारे मुल्क फिर आप मिनट च बना दिया करांगे भी। इधरले पासे नॉर्वे, फिर स्वीडन, फिर फिनलैंड, फिर डेनमार्क, बेल्जियम की विचकार। हम जो वर्ल्ड वार का टॉपिक पढ़ते होंगे उदों होर भी इंटरस्टिंग बन जाते हैं भी आ उहदे नाल रल गया, आ उहदे नाल रल गया। हुण आ माड़ा वापस आ गया आपां, जदों भाई रशिया ने क्रीमिया ते कब्जा कर लिया, इन्हां दे बन गई भादी भी आपां किहदे विचारे हैं, अगला नंबर अपना है। तो उन्होंने की बना लिया? बुकारेस्ट 9 ग्रुप। बुकारेस्ट की है? आ रोमानिया की राजधानी है। ये 9 मुल्कां ने रल के एक ग्रुप बना लिया, जिवें रोमानिया हो गया, पोलैंड है, लिथुआनिया, लातविया, एस्टोनिया, हंगरी, चैक रिपब्लिक, बुल्गारिया ते स्लोवाकिया। ये 9 ने रल के बना लिया, इहनूं कहंदे आ 9। इत्थे यूक्रेन नहीं हैगा, मोल्दावो नहीं हैगा, जॉर्जिया नहीं हैगा, जद कि पहला 15 मुल्क हुंदे सी ना। वैसे मैं कम ज़्यादा उलझाइए ना, है ना, मैं उलझाउणा चाहुंदा नहीं। वैसे 1991 तक एक ग्रुप हुंदा सी USSR,
USSR बच्चों 15 ਕੰਟਰੀਆਂ ਦਾ ਗਰੁੱਪ ਹੈ। 15 ਸੀਗਾ ਮਤਲਬ 15 ਕੰਟਰੀਜ਼ ਦਾ, ਜਿਹ 'ਚ ਰਸ਼ੀਆ, ਯੂਕਰੇਨ, बेलारूस, जॉर्जिया, मोल्दावो, अजरबैजान, अर्मीनिया, लिथुआनिया, लातविया, इस्टोनिया, कजाकिस्तान, किर्गिस्तान, ताजिकिस्तान, उज़्बेकिस्तान, तुर्क। ਇਹ 15 ਸੀਗੇ ਮਤਲਬ, ਮੇਰੇ ਕਹਿਣ ਦਾ ਮਤਲਬ। ਉਹਦੇ ਵਿੱਚੋਂ ਯੂਕਰੇਨ ਹੋ ਗਿਆ, ਬੇਲਾਰੂਸ ਹੋ ਗਿਆ, ਜਾਰਜੀਆ ਹੋ ਗਿਆ, ਇਹ ਸਾਰੇ ਨਾਲ ਰਲਾਉਂਦੇ ਸੀ ਵੀ ਆ ਜਾਓ ਇਹ ਆ ਜਾਓ, ਕੰਮ ਟੇਢਾ ਹੋਈ ਜਾਂਦਾ। ਆ ਦੇਖੋ, ਚਲੋ ਮਾੜਾ ਜਿਹਾ ਫਿਰ ਕਰਾਂਗੇ ਆਪਾਂ ਇਹਨਾਂ ਦਾ ਕਿਸੇ ਹੋਰ ਕਲਾਸ 'ਚ ਕਰਾਂਗੇ। ਹਲੇ ਆਪਾਂ ਜਨਵਰੀ ਦੇ ਕਰੰਟ ਅਫੇਅਰ ਹੀ ਕਰ ਲਈਏ ਪਹਿਲਾਂ, ਤਾਂ ਨਿਬੇੜ ਹੀ ਖੜੇ ਆ। ਦ ਆਰਗੇਨਾਈਜੇਸ਼ਨ ਵਾਸ ਫਾਰਮਡ ਇਨ 2015। ਹੁਣ ਤੁਹਾਨੂੰ ਇਹਦੀ ਕੀ ਜਾਣਕਾਰੀ ਹੋਣੀ ਚਾਹੀਦੀ ਹੈ? ਇਹ 15 'ਚ ਬਣਿਆ ਸੀ ਬੱਚੋ। ਇਟ ਵਾਸ ਫਾਰਮਡ ਅੰਡਰ ਦ ਇਨੀਸ਼ੀਏਟਿਵ ਆਫ ਰੋਮਾਨੀਆ ਤੇ ਪੋਲੈਂਡ। ਤਾਂ ਹੀ ਤਾਂ ਇਹਨੂੰ ਬੁਕਾਰੈਸਟ ਹੀ ਕਹਿ ਦਿੰਦੇ ਆ। ਇਹ ਰੋਮਾਨੀਆ ਤੇ ਪੋਲੈਂਡ ਵਾਲਿਆਂ ਨੇ ਉਪਰਾਲਾ ਕਰਿਆ ਕਿ ਭਾਈ ਉਪਰਾਲਾ ਕਰ ਲਵੇ ਨਹੀਂ ਭਰ ਲਓ ਆਊਗੀ, ਸਿੱਧੀ ਜੀ ਗੱਲ ਹੈ, ਤੇ ਰੂਸ ਨਹੀਂ ਲੋਟ ਆਉਂਦਾ। ਇਟ ਇਜ਼ ਆਲਸੋ ਕਾਲਡ ਬੁਕਾਰੈਸਟ ਜਾਂ B9 ਗਰੁੱਪ। ਇਹ ਬਣਿਆ ਕਦੋਂ ਸੀ? ਅਸਲ 'ਚ ਜਦੋਂ ਰੂਸ ਨੇ ਅਨੈਕਸ ਮਤਲਬ ਹੁੰਦਾ ਕਬਜ਼ਾ ਕਰ ਲਿਆ ਸੀ ਬੱਚੋ ਕ੍ਰੀਮੀਆ ਤੇ ਫਰੋਮ ਯੂਕਰੇਨ ਇਨ 2014। ਇਹਦੀ ਫਿਰ ਨਿਖੇਧੀ ਕੀਤੀ ਇਹਨਾਂ ਨੇ, ਪਰ ਕਿਹੜੀ ਮੀਟਿੰਗ ਰੱਖ ਕੇ ਬਹੁਤ ਵੀ ਦੁੱਖ ਜ਼ਾਹਿਰ ਕੀਤਾ। ਰੂਸ ਕਹਿੰਦਾ ਕਰੀ ਚੱਲੋ ਯਾਰ, ਤੁਹਾਨੂੰ ਮੈਂ ਕੀ ਗੋਲਦਾ, ਇਹ ਤਾਂ ਅੱਜ ਨਹੀਂ ਗੋਲਦਾ। ਦੇਖਦੇ ਹੀ ਆਪਾਂ ਸਵੇਰ ਉੱਠਣ ਸਾਰ ਕਹਿ ਦਿੰਦੇ ਆ ਵੀ ਕਿਹੜੇ ਹਿਸਾਬ ਨਾਲ ਯੂਕਰੇਨ ਬਿਲਕੁਲ ਹੀ ਨਸ਼ਟ ਕਰਤਾ, ਤਬਾਹ ਕਰਤਾ, ਤੇ ਇਹਨੂੰ ਕਹਿੰਦਾ ਡਿਪਲੋਮੈਸੀ ਕੋਈ ਮੁਲਕ ਹੁਣ ਅੱਗੇ ਨਹੀਂ ਆਇਆ ਮਰਵਾ ਤੇ। ਇਹ ਨਾਟੋ ਵਾਲਿਆਂ ਦੀ ਹੈ, ਨਾਟੋ ਵਾਲਿਆਂ ਦੀ ਵਹਿਬਤ ਹੈ ਜਿਹੜੀ ਹੁਣ ਯੂਕਰੇਨ ਛਿੱਤਰ ਖਾਈ ਜਾਂਦਾ। ਨਾਟੋ ਵਾਲੇ ਨੇ ਉਂਗਲ ਲਾਤੀ ਤੇ ਮੈਂਬਰ ਬਣਾਉਣੀ ਹੈ, ਉਹ ਬਸ ਇਹ ਹੀ ਜਿਹਨਾਂ ਨੇ ਉਂਗਲ ਲਾਈ ਹੈ ਉਹ ਫਿਰ ਕਹਾਂ ਪਰ ਪੁਤੀਨ ਦਾ ਤੁਹਾਨੂੰ ਪਤਾ ਹੀ ਹੈ। ਚਲੋ ਇਹੋ ਕੁਛ ਹਾਲੇ ਆਪਾਂ ਦੇਖਾਂਗੇ। ਪਹਿਲਾਂ ਆਪਾਂ ਮੇਨ ਟਾਰਗੇਟ ਹੈ ਵੀ ਆਪਾਂ ਜਨਵਰੀ ਦੇ ਕਰੰਟ ਅਫੇਅਰ ਇਸੇ ਤਰੀਕੇ ਨਾਲ ਬੱਚੋ ਆਪਾਂ ਕੰਟੀਨਿਊ ਰੱਖਾਂਗੇ। ਬਟ ਇਹ ਸੈਸ਼ਨ ਤੁਹਾਡੇ ਲਈ ਫਰੂਟਫੁਲ ਤਾਂ ਹੋਣਗੇ, ਸੈਸ਼ਨ ਹਮੇਸ਼ਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੇਖਣਾ। ਸੈਸ਼ਨ ਕਿਵੇਂ ਲੱਗਣ ਇਹ ਕਮੈਂਟ ਕਰਕੇ ਜ਼ਰੂਰ ਦੱਸਣਾ, ਉਹਦੇ ਨਾਲ ਫਿਰ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ, ਮੋਟੀਵੇਸ਼ਨ ਮਿਲਦੀ ਹੈ, ਹੋਰ ਕੀ ਹੋਣਾ ਹੈ। ਫਿਰ ਨਾਲ ਠੀਕ ਹੈ ਬੱਚੇ ਨੂੰ ਸੈਸ਼ਨ ਮਿਹਨਤ ਇਹ ਆਪਾਂ ਕਰ ਰਹੇ ਹਾਂ ਇਸ ਨੂੰ ਪਸੰਦ ਆ ਰਹੀ ਹੈ। ਕਿਤੇ ਐਂ ਨਾ ਹੋਵੇ ਵੀ ਇਕੱਲਾ ਮੈਂ ਇਹ ਤੇ ਕੰਧਾਂ ਨੂੰ ਪੜਾ ਮੁੜੀ ਜਾਂਦਾ ਵੀ ਘਰੇ ਕੋਈ ਸੈਸ਼ਨ ਬੈਠਾ ਦੇਖ ਹੀ ਰਿਹਾ। ਇਹ ਆਪਦੀ ਜਿਹੜੀ ਪ੍ਰੈਜ਼ੈਂਸ ਹੁੰਦੀ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ। ਉਹ ਪੜ੍ਹ ਕੇ ਫਿਰ ਬਲੱਡ ਜਾਂ ਖੂਨ ਜਾਂ ਹੋਰ ਵੱਧ ਜਾਂਦਾ ਵੀ ਐਂ ਲੱਗਦਾ ਵੀ ਹਾਂ ਵੀ ਆਉਣ ਵਾਲੇ ਸਮੇਂ 'ਚ ਮੈਂ ਕਲਾਸਾਂ ਦੋ ਵੀ ਲਾਊਂਗਾ। ਇਹ ਚੀਜ਼ ਦੇ ਭੁੱਖੇ ਆਪਾਂ, ਹੋਰ ਆਪਾਂ ਕੀ ਕਰਨਾ ਹੈ ਕਿ ਨਹੀਂ। ਤੇ ਕੁੱਲ ਮਿਲਾ ਕੇ ਉਹ ਐਪ ਡਾਊਨਲੋਡ ਕਰਕੇ, ਉਹ ਕਿਹੜੀ ਆਪਣੇ ਨਾਮ ਵਾਲੀ ਐਪ ਹੈ ਉਹ ਡਾਊਨਲੋਡ ਕਰਕੇ ਉੱਥੇ ਆਪਦਾ ਸੈਸ਼ਨ ਸਾਰਾ ਕੁਝ ਕੀ ਜੁਆਇਨ ਕਰਕੇ ਰੱਖੋ। ਫਲੈਗਸ਼ਿਪ ਕੋਰਸ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਉਹ ਵੀ ਬੱਚੇ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਲੈ ਸਕਦੇ ਹੋ, ਠੀਕ ਹੈ ਨਾ। ਚਲੋ ਠੀਕ ਹੈ, ਫਿਰ ਮਿਲਦੇ ਹਾਂ ਫਿਰ ਬੱਚੇ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਬਹੁਤ ਹੀ ਜਲਦ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗੁੱਡ ਨਾਈਟ, ਸਵੀਟ ਡ੍ਰੀਮਸ, ਟੇਕ ਕੇਅਰ।